ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ, ਜਿਹਦੇ ਵਿੱਚ ਕਿ ਅਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਨਾਲ ਹੀ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣ ਦੀ ਆਪਾਂ ਪੂਰੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਇੰਨਾ ਦੇਖਦੇ ਹੋ, ਲਾਈਕ ਕਰਦੇ ਹੋ, ਸਬਸਕ੍ਰਾਈਬ ਕਰਦੇ ਹੋ। ਤੇ ਇਹਦੇ ਨਾਲ ਅਸੀਂ ਜਿਹੜਾ ਟਿਕਟੌਕ ਤੇ ਵੀ ਹੈਗੇ ਆ, ਸੋ ਜਿਹੜੇ ਸੱਜਣ ਉਹਨੂੰ ਯੂਜ਼ ਕਰਦੇ ਆ ਜਾਂ ਕਰ ਸਕਦੇ ਆ, ਤੇ ਟਿਕਟੌਕ ਤੇ ਜਾ ਕੇ ਵੀ ਤੁਸੀਂ ਇਹ ਜਿਹੜੀਆਂ ਅਪਡੇਟਸ ਹੈਗੀਆਂ ਉੱਥੇ ਰੋਜ਼ ਅਪਡੇਟ ਕਰਦੇ ਆ, ਉਹ ਵੀ ਤੁਸੀਂ ਸੁਣ ਸਕਦੇ ਹੋ। ਸਾਰਿਆਂ ਤੋਂ ਪਹਿਲਾਂ ਜਿਹੜੀ ਖਬਰ ਆ ਉਹ ਇਹ ਹੈਗੀ ਆ ਕਿ ਹਾਊਸ ਦੇ ਵਿੱਚ ਜਿਹੜਾ ਹਾਊਸ ਆਫ ਰੈਪਰੈਜ਼ੈਂਟੇਟਿਵ ਆ ਉਹਦੇ ਵਿੱਚ ਕੁਝ ਜਿਹੜੇ ਮੈਂਬਰ ਹੈਗੇ ਡੈਮੋਕ੍ਰੈਟਿਕ ਪਾਰਟੀ ਦੇ, ਉਹਨਾਂ ਨੇ ਇੱਕ ਬਿੱਲ ਇੰਟਰੋਡਿਊਸ ਕੀਤਾ ਜਿਹੜਾ ਕਿ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ, ਜਿਹੜੇ ਕਿ ਇੱਥੇ ਇਲੀਗਲ ਤਰੀਕੇ ਨਾਲ ਰਹਿ ਰਹੇ ਆ, ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਨੂੰ ਜੇ ਇੱਥੇ 7 ਸਾਲ ਹੋ ਜਾਣ ਰਹਿੰਦਿਆਂ ਨੂੰ, ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਗ੍ਰੀਨ ਕਾਰਡ ਉਹ ਬਿੱਲ ਦਿਵਾਉਂਦਾ। ਤੇ ਜਿਹੜਾ ਬਿੱਲ ਹੈਗਾ, ਇੱਕ ਉਹ ਇੱਥੇ ਪ੍ਰੋਵੀਜ਼ਨ ਹੈਗੀ ਆ, ਉਹਨੂੰ ਕਹਿੰਦੇ ਹੈਗੇ ਨੈਸ਼ਨਲ ਰਜਿਸਟਰੀ, ਜਿਹੜੀ ਕਿ ਅਲਾਓ ਕਰਦੀ ਆ ਜਿਹੜੇ ਲੌਂਗ ਟਰਮ US ਰੈਜ਼ੀਡੈਂਟ ਜਿਹੜੀ ਬੜੀ ਦੇਰ ਤੋਂ ਰਹਿ ਰਹੇ 1972 ਤੋਂ ਪਹਿਲਾਂ ਦੇ, ਉਹਨਾਂ ਨੂੰ ਗ੍ਰੀਨ ਕਾਰਡ ਦੇਣਾ। ਤੇ ਇਹ ਜਿਹੜਾ ਬਿੱਲ ਹੈ, ਇਹ ਹੁਣ ਉਹਦੀ ਡੇਟ ਚੇਂਜ ਕਰਕੇ ਇਹ ਕਹਿ ਰਿਹਾ ਵੀ ਜਿਹਨੂੰ 7 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਉਹਨੂੰ ਗ੍ਰੀਨ ਕਾਰਡ ਜਿਹੜਾ ਹੈਗਾ ਉਹ ਮਿਲਣਾ ਚਾਹੀਦਾ। ਜਿਹੜੀ ਇਹ ਰਜਿਸਟਰੀ ਦੀ ਪ੍ਰੋਵੀਜ਼ਨ ਹੈ, ਇਹ 1929 ਦੇ ਵਿੱਚ ਬਣੀ ਸੀ ਤੇ ਉਹਦੀਆਂ ਜਿਹੜੀਆਂ ਡੇਟਾਂ ਨੇ ਉਹ 4 ਵਾਰੀ ਹੁਣ ਤੱਕ US ਕਾਂਗਰਸ ਨੇ ਵਧਾਈਆਂ। ਲਾਸਟ ਟਾਈਮ ਉਹਨਾਂ ਵਧਾਈ 1986 'ਚ, ਜਦੋਂ ਕਿ ਡੇਟ ਉਹਨਾਂ ਨੇ ਜਨਵਰੀ 1972 ਕਰਤੀ। ਇਹਦਾ ਮਤਲਬ ਇਹ ਆ ਵੀ ਜਿਹੜੇ ਬੰਦੇ ਅਮਰੀਕਾ ਦੇ ਵਿੱਚ ਜਨਵਰੀ 1, 1972 ਤੋਂ ਪਹਿਲਾਂ ਦੇ ਰਹਿ ਰਹੇ ਆ ਬਿਨਾਂ ਕਾਗਜ਼ਾਂ ਤੋਂ, ਉਹ ਇੱਥੇ ਪੱਕੇ ਕੀਤੇ ਜਾਣਗੇ। ਤੇ ਲੇਕਿਨ ਉਹ ਹੁਣ ਬਹੁਤ ਜ਼ਿਆਦਾ ਅਰਸਾ ਹੋ ਗਿਆ, ਕਿਉਂਕਿ ਐਸਾ ਤਾਂ ਮੇਰਾ ਖਿਆਲ ਆ ਕੋਈ ਬੰਦਾ ਨਹੀਂ ਹੋਣਾ ਜਿਹੜਾ 1972 ਤੋਂ ਪਹਿਲਾਂ ਦਾ ਇੱਥੇ ਰਹਿ ਰਿਹਾ ਤਾਂ ਪੱਕਾ ਨਹੀਂਗਾ। ਲੇਕਿਨ ਉਹਦਾ ਹੁਣ ਖਾਸ ਯੂਜ਼ ਨਹੀਂ ਆ, ਇਹਦੇ ਥੱਲੇ ਐਪਲੀਕੇਸ਼ਨਾਂ ਹੁਣ ਕੋਈ ਜਾਂਦੀਆਂ ਨਹੀਂ। ਤੇ ਉਹਦੀ ਜਿਹੜੀ ਡੇਟ ਆ ਇਹ ਚੇਂਜ ਕਰਨੀ ਚਾਹੁੰਦੇ ਆ ਵੀ ਡੇਟ ਚੇਂਜ ਕਰਕੇ ਉਹਨੂੰ ਤੁਸੀਂ ਅੱਗੇ ਲੈ ਜਾਓ, ਤੇ ਉਹਦੇ ਕਰਕੇ ਤਾਂ ਕਿ ਬੰਦੇ ਜਿਹੜੇ ਹੈਗੇ ਆ ਉਹ ਪੱਕੇ ਹੋ ਸਕਣ। ਇਹ ਜਿਹੜਾ ਬਿੱਲ ਇੰਟਰੋਡਿਊਸ ਕੀਤਾ ਗਿਆ ਜੁਲਾਈ 20 ਨੂੰ ਕੀਤਾ ਗਿਆ, ਤੇ ਇਹਦਾ ਨਾਂ ਹੈਗਾ ਰਿਨਿਊਇੰਗ ਇਮੀਗ੍ਰੇਸ਼ਨ ਪ੍ਰੋਵੀਜ਼ਨਸ ਆਫ ਇਮੀਗ੍ਰੇਸ਼ਨ ਐਕਟ ਆਫ 1929। It would create a rolling registry date allowing undocumented immigrants who have lived in the country for 7 years or more to apply for LPR status। ਇਹਦੇ ਵਿੱਚ ਬਿੱਲ ਦੇ ਮੁਤਾਬਕ ਜਿਹੜੀ ਉਹ ਰਜਿਸਟਰੀ ਦੀ ਡੇਟ ਆ ਉਹ ਰੋਲ ਕੀਤੀ ਜਾਊਗੀ, ਵੀ ਉਹ ਸਟੇਬਲ ਨਹੀਂ ਰਹੂਗੀ। ਜਿਵੇਂ ਇਸ ਟਾਈਮ ਜਿਹੜੀ ਡੇਟ ਆ 1972 ਆ, ਇਹ ਜਿਹੜੇ 72 ਤੋਂ ਪਹਿਲਾਂ ਆਏ ਆ ਉਹ ਬੰਦੇ ਇੱਥੇ ਪੱਕੇ ਕੀਤੇ ਜਾਣਗੇ। ਲੇਕਿਨ ਇਹ ਜਿਹੜਾ ਬਿੱਲ ਕਹਿ ਰਿਹਾ ਵੀ ਉਹ ਡੇਟ ਜਿਹੜੀ ਰੋਲ ਹੋਊਗੀ ਤੇ ਹਰ 7 ਸਾਲਾਂ ਬਾਅਦ ਉਹ ਡੇਟ ਜਿਹੜੀ ਆ ਉਹ ਰੋਲ ਹੋਇਆ ਕਰੂਗੀ, ਅੱਗੇ ਜਾਇਆ ਕਰੂਗੀ। ਜਿਹੜੇ ਪਿਛਲੇ 7 ਸਾਲ ਤੋਂ ਬੰਦੇ ਰਹਿ ਰਹੇ ਆ ਉਹ ਪੱਕਾ ਕੀਤਾ ਜਾਣਗੇ। ਤੇ ਇਹ ਜਿਹੜਾ ਬਿੱਲ ਹੈ ਇਹ ਹੁਣ ਹਾਊਸ ਦੇ ਵਿੱਚ ਪੇਸ਼ ਹੋਇਆ, ਲੇਕਿਨ ਇਹਨੂੰ ਕਿੰਨੀ ਕੁ ਸਪੋਰਟ ਮਿਲਦੀ ਹੈਗੀ ਆ ਹਾਊਸ ਦੇ ਬਾਕੀ ਮੈਂਬਰਾਂ ਤੋਂ, ਤੇ ਖਾਸ ਕਰਕੇ ਜਿਹੜੇ ਰਿਪਬਲਿਕਨ ਪਾਰਟੀ ਦੇ ਮੈਂਬਰ ਨੇ, ਇਹਦਾ ਕੁਝ ਨਹੀਂ ਪਤਾ। ਜੇ ਹਾਊਸ 'ਚੋਂ ਪਾਸ ਹੋ ਵੀ ਜਾਂਦਾ ਤੇ ਸੈਨੇਟ ਦੇ ਵਿੱਚ ਜਾ ਕੇ ਇਹ ਜਿਹੜਾ ਬਿੱਲ ਹੈਗਾ ਇਹਨੇ, ਸਾਨੂੰ ਇਹ ਲੱਗਦਾ ਵੀ ਕਿਸੇ ਪਾਸੇ ਨਹੀਂ ਲੱਗਣਾ, ਕਿਉਂਕਿ ਸੈਨੇਟ ਦੇ ਵਿੱਚ ਜਿਹੜੀਆਂ ਹੈਗੀਆਂ ਫਿਲੇਬਸਟਰ ਤੋਂ ਬਾਅਦ 60 ਵੋਟਾਂ ਚਾਹੀਦੀਆਂ ਨੇ, ਤੇ ਡੈਮੋਕ੍ਰੈਟਿਕ ਪਾਰਟੀ ਕੋਲ ਇਸ ਟਾਈਮ ਤੇ 50 ਵੋਟਾਂ ਨੇ, ਰਿਪਬਲਿਕਨ ਪਾਰਟੀ ਕੋਲ 50 ਨੇ, ਤੇ ਇੱਕ ਜਿਹੜੀ ਵੋਟ ਆ ਉਹ ਹੈਗੀ ਵਾਈਸ ਪ੍ਰੈਜ਼ੀਡੈਂਟ ਦੀ। ਤੇ ਜਿਹੜੀਆਂ 60 ਵੋਟਾਂ ਤਾਂ ਹਾਸਲ ਹੁੰਦੀਆਂ ਨੇ ਜੇ 10 ਰਿਪਬਲਿਕਨ ਪਾਰਟੀ ਦੇ ਜਿਹੜੇ ਸੈਨੇਟਰ ਨੇ ਉਹ ਨਾਲ ਲੱਗਣ। ਇਸ ਬਿੱਲ ਦਾ ਜਿਹੜਾ ਹੈਗਾ ਉਹ ਲੱਗਣ ਦੀ ਕੋਈ ਜ਼ਿਆਦਾ ਉਮੀਦ ਨਹੀਂ ਆ, ਪਰ ਕਿਉਂਕਿ ਇੰਪੋਰਟੈਂਟ ਖਬਰ ਹੈ ਇਸ ਕਰਕੇ ਮੈਂ ਸ਼ੇਅਰ ਕੀਤੀ ਆ। ਪਰ ਇਹਦੇ 'ਚ ਇਹਨੂੰ ਮਤਲਬ ਪਾਸ ਹੋਣ ਦੇ ਹਾਊਸ ਤੇ ਸੈਨੇਟ ਦੁਆਰਾ ਕੋਈ ਜ਼ਿਆਦਾ ਚਾਂਸ ਜਿਹੜੇ ਹੈਗੇ ਉਹ ਨਹੀਂ ਹੈਗੇ, ਕਿਉਂਕਿ ਉਹਦਾ ਕਾਰਨ ਆ ਜਿਹੜੇ ਪਿੱਛੇ 2 ਬਿੱਲ ਹਾਊਸ ਨੇ ਪਾਸ ਕਰਕੇ ਸੈਨੇਟ 'ਚ ਭੇਜੇ ਆ, ਉਹਨਾਂ ਦੇ ਵਿੱਚ ਵੀ ਜਿਹੜੇ ਡਾਕਾ ਵਾਲਿਆਂ ਨੂੰ ਪੱਕਾ ਕਰਨ ਦੀਆਂ ਪ੍ਰੋਵੀਜ਼ਨਾਂ ਨੇ ਜਾਂ ਹੋਰ ਇਮੀਗ੍ਰੈਂਟਸ ਨੂੰ ਜਿਹੜੇ ਸਟੇਟਸ ਦੇਣ ਦੀਆਂ, ਉਹ ਵੀ ਅਜੇ ਤੱਕ ਸੈਨੇਟ ਨੇ ਪਾਸ ਨਹੀਂ ਕੀਤੇ, ਟੇਕ ਅਪ ਨਹੀਂ ਕੀਤੇ। ਤੇ ਜਿੰਨੀ ਦੇਰ ਤੱਕ 60 ਸੈਨੇਟਰ ਨਹੀਂ ਹੁੰਦੇ, ਤੇ ਉਹ ਤਾਂ ਹੀ ਹੋ ਸਕਦੇ ਆ ਜੇ ਰਿਪਬਲਿਕਨ ਪਾਰਟੀ ਜਿਹੜੀ ਲੀਡਰਸ਼ਿਪ ਹੈਗੀ ਉਹ ਨਾਲ ਲੱਗੇ। ਉਹ ਅਜੇ ਇਮੀਗ੍ਰੇਸ਼ਨ ਦੇ ਇਸ਼ੂਜ਼ 'ਤੇ ਨਾਲ ਲੱਗਣ ਨੂੰ ਤਿਆਰ ਨਹੀਂ ਹੈਗੀ। ਸੋ ਇਸ ਕਰਕੇ ਇਸ ਬਿੱਲ ਨੂੰ ਜਿਹੜਾ ਜ਼ਿਆਦਾ ਹੰਗਾਰਾ ਜਿਹੜਾ ਉਹ ਹਾਊਸ ਦੇ ਵਿੱਚ ਤਾਂ ਹੋ ਸਕਦਾ ਪਾਸ ਹੋ ਜਾਵੇ, ਪਰ ਸੈਨੇਟ 'ਚ ਮਿਲਣ ਦੀ ਕੋਈ ਜ਼ਿਆਦਾ ਆਸ ਨਹੀਂ ਲੱਗਦੀ। ਅਗਲੀ ਖਬਰ ਜਿਹੜੀ ਆ ਉਹ ਹੈਗੀ ਆ ਕਿ USCIS ਨੇ ਰਿਸਟੋਰ ਕਰਤਾ ਪਾਥਵੇ ਟੂ ਏ ਗ੍ਰੀਨ ਕਾਰਡ ਫॉर TPS ਹੋਲਡਰਸ। ਜਿਹੜੇ TPS ਟੈਂਪਰਰੀ ਪ੍ਰੋਟੈਕਟਿਡ ਸਟੇਟਸ, ਇਹਦੇ ਰੈਸੀਪੀਐਂਟਸ ਹੈਗੇ ਅਮਰੀਕਾ ਦੇ ਵਿੱਚ, ਜਿਹਨਾਂ ਨੂੰ TPS ਸਟੇਟਸ ਮਿਲਿਆ, ਆਪਣੇ ਇੰਡੀਆ ਵਾਲੇ ਜਾਂ ਪੰਜਾਬ ਵਾਲੇ ਜਾਂ ਇਸ ਕਿਸਮ ਦੇ ਬੰਦੇ ਉਹ 'ਚ ਨਹੀਂ ਆਉਂਦੇ, ਲੇਕਿਨ ਹੋਰਾਂ ਮੁਲਕਾਂ ਦੇ ਹੈਗੇ ਆ। ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਨੇ ਕਿਹਾ ਕਿ ਉਹ ਐਲੀਜੀਬਲ ਹੋਣਗੇ ਗ੍ਰੀਨ ਕਾਰਡ ਲਈ। ਤੇ ਇੱਕ ਪਾਲਿਸੀ ਡਿਸੀਜਨ ਸੀਗਾ ਅਗਸਤ 2020 ਦਾ, ਪਿਛਲੀ ਸਰਕਾਰ ਵੇਲੇ ਜਦੋਂ ਟਰੰਪ ਹੁੰਦਾ ਸੀਗਾ ਪ੍ਰੈਜ਼ੀਡੈਂਟ, ਉਹਨਾਂ ਨੇ ਇਹ ਬਣਾਇਆ ਸੀ ਕਿ TPS ਜਿਹੜੇ ਹੋਲਡਰ ਨੇ ਇਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲੇਗਾ, ਉਹਨੂੰ ਓਵਰਟਰਨ ਕਰ ਦਿੱਤਾ।
ਹੁਣ ਜਿਹੜਾ ਨਵਾਂ ਮੈਮੋ ਆਇਆ, ਦ ਨਿਊ ਮੈਮੋ rescinds on August 2020 policy adopting the decision matter of ZRZC. ਜਿਹੜਾ matter of ZRZC ਆ, it targeted the subset of TPS recipients who entered the US through the border without inspection. The Immigration and Nationality Act requires applicants wishing to adjust their status to obtain a green card to show that they are inspected and admitted or paroled into the US by an immigration officer. ਇੱਥੇ ਐਡਜਸਟਮੈਂਟ ਆਫ ਸਟੇਟਸ ਕਰਨ ਵਾਸਤੇ ਇਹ ਲੋੜ ਹੁੰਦੀ ਆ ਵੀ ਬੰਦਾ ਐਡਮਿਟ ਹੋਇਆ ਹੋਵੇ ਜਾਂ ਪਰੋਲ ਹੋਇਆ ਹੋਵੇ ਜਾਂ ਉਹਨੂੰ ਐਂਟਰੀ ਮਿਲੀ ਹੋਵੇ। ਲੇਕਿਨ ਸਰਟਨ ਕੇਸਾਂ ਦੇ ਵਿੱਚ, ਜਿਵੇਂ ਕਿ ਅਸੈਲਮ ਕਿਸੇ ਦਾ ਜਿਹੜਾ ਕੇਸ ਆ ਉਹ ਜੇ ਪਾਸ ਹੋ ਜਾਂਦਾ, ਉਹਨੂੰ ਗ੍ਰੀਨ ਕਾਰਡ ਮਿਲ ਜਾਂਦਾ, ਚਾਹੇ ਉਹਦੀ ਐਂਟਰੀ ਲੀਗਲ ਨਹੀਂ ਵੀ ਹੈਗੀ, ਚਾਹੇ ਉੱਦਾਂ ਹੀ ਉਹ ਬਾਰਡਰ ਕ੍ਰਾਸ ਕਰਕੇ ਆਇਆ। ਜੇ ਅਸੈਲਮ ਦਾ ਕੇਸ ਪਾਸ ਹੋ ਜਾਂਦਾ, ਅਪਰੂਵ ਹੋ ਜਾਂਦਾ, ਤਾਂ ਉਹ ਬੰਦਾ ਆਪਣਾ ਗ੍ਰੀਨ ਕਾਰਡ ਅਪਲਾਈ ਕਰ ਸਕਦਾ 1 ਸਾਲ ਬਾਅਦ। ਅਤੇ ਇਹ ਜਿਹੜਾ ਹੁਣ ਮੈਮੋ ਆ, ਇਹਨੇ ਇਹ ਗੱਲ ਕਹੀ ਆ ਕਿ the TPS recipients may apply for a travel authorization document. An entry into the US with this document will be considered an entry with inspection and admission. ਜਿਹੜੇ ਬੰਦਿਆਂ ਕੋਲ TPS ਸਟੇਟਸ ਆ, ਉਹਨਾਂ ਨੂੰ ਜਿਹੜਾ ਹੈਗਾ ਟਰੈਵਲ ਡਾਕੂਮੈਂਟ ਉਹ ਲੈ ਸਕਦੇ ਆ। ਉਹਦਾ ਮਤਲਬ ਆ ਕਿ ਜਿਹੜੀ ਹੈਗੀ ਜਾਣ ਦੀ ਪਰਮਿਸ਼ਨ ਅਮਰੀਕਾ ਤੋਂ ਤੇ ਵਾਪਸ ਆਉਣ ਦੀ। ਅਤੇ ਜੇ ਉਹ ਕੰਟਰੀ ਆਊਟ ਕਰ ਜਾਂਦੇ ਆ, ਕਿਸੇ ਹੋਰ ਕੰਟਰੀ ਜਾ ਕੇ ਵਾਪਸ ਆ ਜਾਂਦੇ ਆ, ਤਾਂ ਜਿਹੜੀ ਉਹਨਾਂ ਦੀ ਐਂਟਰੀ ਹੈਗੀ ਆ ਉਹ ਲੀਗਲ ਗਿਣੀ ਜਾਊਗੀ, ਜਿਹਦੇ ਕਰਕੇ ਉਹ ਇੱਥੇ ਆਪਣਾ ਸਟੇਟਸ ਜਿਹੜਾ ਹੈਗਾ ਉਹ ਐਡਜਸਟ ਕਰ ਸਕਣਗੇ। ਸੋ ਇਹ TPS ਵਾਲਿਆਂ ਵਾਸਤੇ ਬੜਾ ਇੰਪੋਰਟੈਂਟ ਮੈਮੋ ਆ। ਇਹ ਤੋਂ ਬਾਅਦ ਜਿਹੜੀ ਅਗਲੀ ਖਬਰ ਆ ਇੰਪੋਰਟੈਂਟ, ਉਹ ਇਹ ਹੈਗੀ ਆ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਪ੍ਰਪੋਜ਼ਸ ਨੈਸ਼ਨਲ ID ਕਾਰਡਸ ਫॉर ਅਨਡਾਕੂਮੈਂਟਡ ਇਮੀਗ੍ਰੈਂਟਸ। ਕਿ ਸਰਕਾਰ ਨੇ ਇਹ ਰੱਖੀ ਆ ਪ੍ਰਪੋਜ਼ਲ ਕਿ ਜਿਹੜੇ ਅਨਡਾਕੂਮੈਂਟਡ ਬੰਦੇ ਨੇ, ਜਿਹੜੇ ਇੱਥੇ ਇਲੀਗਲ ਤਰੀਕੇ ਨਾਲ ਰਹਿ ਰਹੇ ਨੇ, ਉਹਨਾਂ ਵਾਸਤੇ ਜਿਹੜੇ ਨੈਸ਼ਨਲ ID ਕਾਰਡ ਜਿਹੜੇ ਆ ਉਹ ਇਸ਼ੂ ਕੀਤੇ ਜਾਣਗੇ। The Biden administration has proposed a new national identification card system for undocumented immigrants. The ICE Secure Docket Card program, which would give migrants who cross the US-Mexico border and other immigrants without legal status temporary ID cards as they navigate their immigration cases or removal proceedings. ਇੱਕ ਜਿਹੜਾ ਕਾਰਡ ਆ ਉਹ ਜਿਹੜੀ ਸਰਕਾਰ ਆ ਉਹ ਇਸ਼ੂ ਕਰਨ ਜਾ ਰਹੀ ਆ ਅਨਡਾਕੂਮੈਂਟਡ ਲੋਕਾਂ ਵਾਸਤੇ, ਜਿਹੜਾ ਕਿ ਇੱਕ ਕਿਸਮ ਦਾ ਉਹਨਾਂ ਦਾ ਆਇਡੈਂਟੀਟੀ ਕਾਰਡ ਹੋਏਗਾ। ਅਤੇ ਉਸ ਰਾਹੀਂ ਉਹ ਮਤਲਬ ਉਹਨਾਂ ਦੀ ID ਬਣ ਜਾਏਗੀ, ਅਤੇ ਉਸ ਰਾਹੀਂ ਉਹਨਾਂ ਦਾ ਉੱਤੇ ਨੰਬਰ ਹੋਏਗਾ, ਜਾਣਕਾਰੀ ਹੋਏਗੀ, ਅਤੇ ਉਹ ਕਾਰਡ ਨੂੰ ਫਿਰ ਜਿੱਥੇ ਵੀ ਲੋੜ ਹੋਵੇ ਉੱਥੇ ਦਿਖਾ ਸਕਦੇ ਨੇ। ਕਿਉਂਕਿ ਉਹਨਾਂ ਕੋਲ ਜ਼ਿਆਦਾ ਵਰਕ ਪਰਮਿਟ ਨਹੀਂ ਹੁੰਦਾ। ਵਰਕ ਪਰਮਿਟ ਤੋਂ ਬਿਨਾਂ ਕਈ ਵਾਰ ਡਰਾਈਵਰ ਲਾਇਸੈਂਸ ਲੈਣ 'ਚ ਪ੍ਰੋਬਲਮ ਆ ਜਾਂਦੀ ਆ, ਪਰ ਇਹ ਕਾਰਡ 'ਤੇ ਤੁਸੀਂ ਡਰਾਈਵਿੰਗ ਵਗੈਰਾ ਤਾਂ ਨਹੀਂ ਕਰ ਸਕਦੇ, ਪਰ ਇੱਕ ਕਿਸਮ ਦੀ ID ਬਣ ਜਾਏਗੀ ਇਹ। ਅਤੇ ਅਜੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਸ਼ੁਰੂ ਨਹੀਂ ਹੋਇਆ, ਲੇਕਿਨ ਜਿਹੜੇ ID ਕਾਰਡਸ ਨੇ ਉਹ ਕਹਿ ਰਹੇ ਉਹਨਾਂ 'ਤੇ ਫੋਟੋ ਹੋਏਗੀ, ਬਾਇਓਗ੍ਰਾਫੀਕਲ ਇਨਫੋਰਮੇਸ਼ਨ ਹੋਏਗੀ, ਅਤੇ QR ਕੋਡ ਹੋਏਗਾ। ਉਹ ਕੋਡ ਰਾਹੀਂ ਫਿਰ ਜੇ ਕੋਈ ਵੀ ਜਿਹੜਾ ਗਵਰਨਮੈਂਟ ਅਫੀਸ਼ੀਅਲ ਆ ਉਹ ਸਟੇਟਸ ਚੈੱਕ ਕਰ ਸਕੇਗਾ ਉਸ ਬੰਦੇ ਦਾ। ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਟ ਇਜ਼ ਡਿਜ਼ਾਈਨ ਟੂ ਮਾਡਰਨਾਈਜ਼ ਦ ਇਮੀਗ੍ਰੇਸ਼ਨ ਸਿਸਟਮ। ਇਮੀਗ੍ਰੇਸ਼ਨ ਸਿਸਟਮ ਨੂੰ ਮਾਡਰਨਾਈਜ਼ ਕਰਨ ਦੀ ਮਨਸ਼ਾ ਨਾਲ ਕੀਤਾ ਜਾ ਰਿਹਾ। ਅਤੇ ਅਜੇ ਇਹ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਨਹੀਂ ਹੋਇਆ, ਪਰ ਇਹਨਾਂ ਦੀ ਹੈਗੀ ਹੈ ਸਰਕਾਰ ਦੀ ਪ੍ਰੋਵੀਜ਼ਨ ਵੀ ID ਕਾਰਡ ਜਿਹੜੇ ਦਿੱਤੇ ਜਾਣ। ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹਦੇ ਬਾਰੇ ਜਿਹੜੀ ਹੈ ਉਹ ਹੋ ਸਕਦਾ ਸਰਕਾਰ ਇਸ਼ੂ ਕਰੇ ਅਤੇ ਆਪਾਂ ਜਾਣਕਾਰੀ ਜਿਹੜੀ ਦਿੰਦੇ ਰਹਾਂਗੇ। ਅਗਲਾ ਹੈਗਾ ਕਿ USCIS announced that it is transitioning the process of special immigrant visa SIV classifications to Department of State and making changes to its policy manual that expands the eligibility requirements for Afghan and Iraqi SIVs. ਜਿਹੜੇ SIVs ਹੈਗੇ ਸਪੈਸ਼ਲ ਇਮੀਗਰੈਂਟ ਜਿਹੜੇ ਵੀਜ਼ੇ ਦੇ ਅੰਡਰ ਆਉਂਦੇ ਨੇ, ਉਹਨਾਂ ਦੇ ਵਿੱਚ ਉਹ ਐਕਸਪੈਂਡ ਕਰ ਰਹੇ ਨੇ ਕਿ ਇਰਾਕੀ ਦੇ ਜਿਹੜੇ ਅਫਗਾਨੀ ਬੰਦੇ ਨੇ ਜਿਨ੍ਹਾਂ ਨੇ ਕਿ ਅਮਰੀਕਾ ਦੀ ਹੈਲਪ ਕੀਤੀ ਆ ਪਿੱਛੇ, ਉਹਨਾਂ ਨੂੰ ਉਹ ਕਹਿ ਰਹੇ ਆ ਕਿ ਅਸੀਂ ਉਹਨਾਂ ਦਾ ਜਿਹੜਾ ਵੀਜ਼ਾ ਪ੍ਰੋਗਰਾਮ ਹੈ ਉਹ ਵਧਾਵਾਂਗੇ। ਕੋਈ ਕਾਫੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ, ਵੀਜ਼ੇ ਨਹੀਂ ਮਿਲ ਰਹੇ, ਅਤੇ ਗੌਰਮੈਂਟ ਨੇ ਕਿਹਾ ਕਿ ਅਸੀਂ ਉਹ ਇਨਕਰੀਜ਼ ਉਹਦੇ ਨੰਬਰਸ ਵਗੈਰਾ ਜਿਹੜੇ ਉਹ ਕਰਾਂਗੇ। ਅਗਲੀ ਜਿਹੜੀ ਖਬਰ ਹੈ ਜੀ ਉਹ ਹੈਗੀ ਆ ਲਾਅ ਸੂਟਾਂ ਬਾਰੇ, ਕਿ ਕਿਉਂਕਿ ਇੰਨੀਆਂ ਡਿਲੇਜ਼ ਹੈਗੀਆਂ ਇਮੀਗ੍ਰੇਸ਼ਨ ਦੇ ਵਿੱਚ ਵੀ, ਕਾਫੀ ਲੋਕ ਜਿਹੜੇ ਆ ਉਹ ਕੇਸ ਕਰ ਰਹੇ ਨੇ ਡਿਸਟ੍ਰਿਕਟ ਕੋਰਟਾਂ ਦੇ ਵਿੱਚ USCIS ਦੇ ਖਿਲਾਫ, ਜਿਨ੍ਹਾਂ ਦੀਆਂ ਕਿ ਡੇਟਾ ਨਹੀਂ ਸਿਟੀਜ਼ਨਸ਼ਿਪ ਦੀਆਂ ਆਈਆਂ ਜਾਂ ਗ੍ਰੀਨ ਕਾਰਡ ਹੀ ਨਹੀਂ ਇਸ਼ੂ ਹੋਏ। ਸੋ ਇਸ ਕਿਸਮ ਦੇ ਤੇ ਕਾਫੀ ਜ਼ਿਆਦਾ ਕੇਸ ਜਿਹੜੇ ਆ ਹੁਣ ਵੱਧ ਗਏ ਆ, ਕਿਉਂਕਿ ਬਹੁਤ ਜ਼ਿਆਦਾ ਬੈਕਲੌਗ ਹੈ ਇਮੀਗ੍ਰੇਸ਼ਨ ਦੇ ਵਿੱਚ। ਅਤੇ ਇਹਦੇ 'ਚ ਜਿਹੜੀ ਡਾਟਾ ਹੈਗਾ, ਇਨ May 2022 the federal courts recorded 647 immigration related lawsuits। 647 ਕੇਸ ਜਿਹੜੇ ਨੇ ਉਹ ਮਈ ਤੱਕ ਫਾਈਲ ਹੋ ਚੁੱਕੇ ਨੇ ਅਮਰੀਕਾ 'ਚ, ਅੱਡ ਜਿਹੜੀਆਂ ਹੈਗੀਆਂ ਕੋਰਟਾਂ ਦੇ ਵਿੱਚ ਰਿਟ ਆਫ ਮੈਂਡਮਸ ਦੇ ਰੂਪ ਦੇ ਵਿੱਚ। ਅਤੇ ਉਹ ਇਸ ਵਾਸਤੇ ਕੀਤੇ ਗਏ ਨੇ ਕਿ ਇਮੀਗ੍ਰੇਸ਼ਨ ਜਿਹੜੀ ਆ
ਉਹ ਲੋਕਾਂ ਨੂੰ ਜੋ ਵੀ ਬੈਨੀਫਿਟਸ ਅਪਲਾਈ ਕਿਸੇ ਨੇ ਕੀਤੇ ਨੇ, ਕਿਸੇ ਨੇ ਹੁਣ ਸਿਟੀਜ਼ਨਸ਼ਿਪ ਅਪਲਾਈ ਕੀਤੀ ਹੈ, ਕਿਸੇ ਨੇ ਗ੍ਰੀਨ ਕਾਰਡ ਅਪਲਾਈ ਕੀਤਾ, ਉਹਨੂੰ ਕੁਛ ਕਿਸੇ ਪਾਸੇ ਗੱਲ ਨਹੀਂ ਲੱਗ ਰਹੀ ਤੇ ਉਹਦੇ ਕਰਕੇ ਉਹ ਜਿਹੜੇ ਹੈਗੇ ਆ ਉਹ ਲੋਕੀ ਕੇਸ ਜਿਹੜੇ ਕਰ ਰਹੇ ਆ। ਇਹ ਨਵਾਂ ਡਾਟਾ ਜਿਹੜਾ ਆਇਆ। ਇਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਹੈਗੀ ਆ ਉਹ ਹੈਗੀ ਆ ਪੀਡੀ ਬਾਰੇ ਕਿ 9 ਸਰਕਟ ਨੇ ਇੱਕ ਡਿਸੀਜਨ ਦਿੱਤਾ ਜਿਹੜਾ ਕਿ ਪੀਡੀ ਦੇ ਖਿਲਾਫ ਹੈ। ਇਹਦਾ ਨਾਂ ਹੈਗਾ ਸਰਕਾਰ ਵਰਸਸ ਗਾਰਲੈਂਡ ਤੇ ਕੇਸ ਨੰਬਰ ਹੈਗਾ 17-72212। ਇਹ ਡਿਸਾਈਡ ਹੋਇਆ ਜੀ ਜੁਲਾਈ 1 2022 ਨੂੰ। ਤੇ ਇਹਦੇ ਵਿੱਚ ਜਿਹੜੀ ਕੋਰਟ ਆ ਉਹਨੇ ਇਹ ਕਿਹਾ ਕਿ ਪੀਡੀ ਲੈਣ ਦਾ ਕੋਈ ਹੱਕ ਨਹੀਂ ਹੈਗਾ ਕਿਸੇ ਵੀ 9 ਸਰਕਟ ਦੇ ਅੱਗੇ ਕਿਸੇ ਵੀ ਜਿਹੜਾ ਇਮੀਗ੍ਰੈਂਟ ਆ ਉਹਦਾ, ਕਿਉਂਕਿ ਕੋਰਟ ਇਹ ਸਮਝਦੀ ਆ ਕਿ ਤੁਸੀਂ ਪੀਡੀ ਲੈ ਕੇ ਤੋਂ ਕੇਸ ਨੂੰ ਹੋਲਡ ਤੇ ਪਾ ਦਿੰਦੇ ਹੋ। ਇਹ ਕੋਰਟ ਦਾ ਟਾਈਮ ਵੇਸਟ ਹੁੰਦਾ। ਜਿਹੜਾ ਕੋਰਟ ਦਾ ਡਾਕਟ ਆ ਉਹ 'ਤੇ ਕੇਸ ਰਹਿੰਦਾ ਆ ਤੇ ਉਹ ਕੋਰਟ ਨੂੰ ਇਹਦੇ ਨਾਲ ਵੀ ਕਾਫੀ ਜ਼ਿਆਦਾ ਕੇਸ ਜਿਹੜੇ ਵੱਧ ਜਾਂਦੇ ਨੇ ਤੇ ਕੋਰਟ ਚਾਹੁੰਦੀ ਇਹਨਾਂ ਦਾ ਫੈਸਲਾ ਕਰਨਾ। ਸੋ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਜੇ ਇਹਨਾਂ ਨੂੰ ਨਹੀਂ ਡਿਪੋਰਟ ਕਰਨਾ, ਤੁਸੀਂ ਚਾਹੁੰਦੇ ਹੋ ਵੀ ਅਸੀਂ ਹੋਲਡ ਕਰਨਾ, ਉਹਨੂੰ ਕੋਈ ਹੋਰ ਤਰੀਕਾ ਲੱਭੋ। ਪਰ ਕੋਰਟ ਇਹਨਾਂ ਦੇ ਕੇਸ ਜਿਹੜੇ ਆ ਉਹ ਪੀਡੀ ਦੇ ਕੇ ਆਪਣੇ ਕੋਲ ਨਹੀਂ ਰੱਖੇਗੀ। ਸੋ ਇਹ ਕੇਸ ਜਿਹੜਾ ਹੈਗਾ ਇਹਦੇ 'ਚ ਬੜਾ ਸਖਤ ਸਟੈਂਡ ਜਿਹੜਾ ਉਹ 9 ਸਰਕਟ ਕੋਰਟ ਆਫ ਅਪੀਲ, ਜਿਹਦੇ ਵਿੱਚ ਕਿ ਕੈਲੀਫੋਰਨੀਆ ਆਉਂਦਾ, ਔਰੇਗਨ ਸਟੇਟ ਆਉਂਦੀ ਆ, ਵਾਸ਼ਿੰਗਟਨ ਸਟੇਟ ਆਉਂਦੀ ਆ, ਐਰੀਜ਼ੋਨਾ ਆਉਂਦੀ ਆ, ਇਹਨਾਂ ਸਟੇਟਾਂ ਨੂੰ ਇਹ ਜਿਹੜਾ ਹੈਗਾ ਸਰਕਟ ਇਹ ਉਹਦੀ ਹੈਗੀ ਜੂਰਿਸਡਿਕਸ਼ਨ ਹੈਗੀ, ਗਵਰਨ ਕਰਦਾ। ਤੇ ਉਹਨਾਂ ਨੇ ਇਹ ਗੱਲ ਜਿਹੜੀ ਆ ਉਹ ਕਹੀ ਆ ਕਿ ਓਪੀਨੀਅਨ ਜਿਹੜਾ ਹੈਗਾ ਉਹ ਇਹ ਕਹਿ ਰਿਹਾ ਕਿ ਜਿਹੜੇ ਵੀ ਬੰਦੇ ਹੁਣ ਪੀਡੀ ਵਾਸਤੇ ਅਪਲਾਈ ਕਰਦੇ ਆ ਜਾਂ ਗੌਰਮੈਂਟ ਜਿਹੜਾ ਸਰਕਾਰੀ ਵਕੀਲ ਹੁੰਦੇ ਨੇ ਉਹ ਅਪਲਾਈ ਕਰਦੇ ਆ ਕਿ ਅਸੀਂ ਪੀਡੀ ਜਿਹੜੀ ਆ ਉਹਦੀ ਮੋਸ਼ਨ ਵੀ ਪੀਡੀ ਮਿਲਣੀ ਚਾਹੀਦੀ ਆ। ਤੇ ਕੋਰਟ ਨੇ ਕਿਹਾ ਕਿ ਉਹ ਸਿਰਫ ਇਸ ਕਰਕੇ ਕਿ ਕੇਸ ਜਿਹੜਾ ਉਹਨੂੰ ਹੋਲਡ ਕੀਤਾ ਜਾਵੇ, ਇਹਦੇ ਨਾਲ ਕੋਰਟ ਦਾ ਜਿਹੜਾ ਟਾਈਮ ਬਹੁਤ ਵੇਸਟ ਹੁੰਦਾ, ਜਿਹੜਾ ਕੋਰਟ ਦਾ ਰੈਕਡ ਹੈਗਾ ਉਹ 'ਤੇ ਕੇਸ ਰਹਿੰਦਾ ਆ। ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਚੀਜ਼ ਦੇ ਹੱਕ 'ਚ ਨਹੀਂ। ਤੇ 9 ਸਰਕਟ ਦੇ ਵਿੱਚ ਜਿਹੜੀਆਂ ਹੁਣ ਪੀਡੀ ਲੈਣੀ ਆ ਉਹ ਬਹੁਤ ਔਖੀ ਹੋ ਗਈ ਹੈ ਇਸ ਡਿਸੀਜਨ ਤੋਂ ਬਾਅਦ। ਤੇ ਕਾਫੀ ਕੇਸਾਂ ਦੇ ਵਿੱਚ ਜਿਹੜੇ 'ਚ ਕਿ ਸਰਕਾਰੀ ਵਕੀਲਾਂ ਨੇ ਜਿਹੜੇ ਗਵਰਨਮੈਂਟ ਅਟਰਨੀ ਹੁੰਦੇ ਨੇ ਉਹਨਾਂ ਨੇ ਪੀਡੀ ਜਿਹੜੀ ਆ ਉਹ ਦੇਣ ਵਾਸਤੇ ਪ੍ਰਪੋਜ਼ ਕੀਤੀ ਸੀ, ਉਹ ਉਹਨਾਂ ਨੇ ਆਪਣੀ ਵਿਡਰਾਅ ਕਰ ਲਈ ਆ। ਤੇ 9 ਸਰਕਟ ਦੇ ਵਿੱਚ ਜਿਹੜਾ ਕੇਸ ਹੈ ਸਰਕਾਰ ਵਰਸਸ ਗਾਰਲੈਂਡ, ਇਹ ਕੇਸ ਦਾ ਜਿਹੜਾ ਹੈਗਾ ਉਹ ਫੈਕਟ ਆ। ਤੇ ਹੁਣ ਪੀਡੀ ਲੈਣੀ ਜਿਹੜੀ ਆ ਉਹ ਕਾਫੀ ਜ਼ਿਆਦਾ ਮੁਸ਼ਕਲ ਹੋ ਗਈ ਹੈ, ਕਿਉਂਕਿ 9 ਸਰਕਟ ਨੇ ਕਹਿਤਾ ਕਿ ਪੀਡੀ ਲੈਣ ਦਾ ਕੋਈ ਵੀ ਜਿਹੜਾ ਹੈਗਾ ਉਹ ਹੱਕ ਕਿਸੇ ਇਮੀਗ੍ਰੈਂਟ ਦਾ ਨਹੀਂ ਹੈ। ਅਸੀਂ ਕੇਸ ਦਾ ਫੈਸਲਾ ਕਰਾਂਗੇ, ਜਾਂ ਉਹਦਾ ਕੇਸ ਉਹਦੇ ਫੇਵਰ 'ਚ ਕਰਾਂਗੇ, ਗ੍ਰਾਂਟ ਕਰਾਂਗੇ, ਜਾਂ ਡਿਨਾਈ ਕਰਾਂਗੇ ਪਟੀਸ਼ਨ। ਪਰ ਇਹਨੂੰ ਹੋਲਡ 'ਤੇ ਰੱਖਣਾ ਜਿਹੜਾ ਉਹ ਕਹਿ ਰਹੇ ਆ ਕਿ ਵਾਜਬ ਨਹੀਂ। ਹੁਣ 9 ਸਰਕਟ ਦੇ ਵਿੱਚ ਤਾਂ ਜਿਹੜੇ ਕੇਸ ਚੱਲਦੇ ਨੇ ਖਾਸ ਕਰਕੇ ਕੈਲੀਫੋਰਨੀਆ ਤੋਂ, ਉਹਨਾਂ ਦੇ ਤਾਂ ਅਸਰ ਇਹਦਾ ਪੈਣਾ ਹੀ ਪੈਣਾ ਕਿ ਪੀਡੀ ਅੱਗੇ ਤੋਂ ਲੈਣੀ ਬੜੀ ਔਖੀ ਹੋ ਜਾਊਗੀ। ਬਾਕੀ ਸਰਕਟ ਕੋਰਟਾਂ ਦੇ ਵਿੱਚ ਵੀ ਦੇਖਦੇ ਆ ਕਿ ਉਹ ਕੀ ਇਸ ਕੇਸ ਨੂੰ ਕਿੱਦਾਂ ਵਿਊ ਕਰਦੇ ਨੇ। ਲੇਕਿਨ ਜਿਹੜੀਆਂ ਥੱਲੇ ਇਮੀਗ੍ਰੇਸ਼ਨ ਕੋਰਟਸ ਨੇ, ਜਿਹੜੇ ਇਮੀਗ੍ਰੇਸ਼ਨ ਜੱਜ ਨੇ ਜਿਹੜੇ ਕਿ ਸਰਕਟ ਕੋਰਟ ਤੋਂ ਥੱਲੜੀਆਂ ਕੋਰਟਾਂ ਨੇ, ਉਹਨਾਂ ਦੇ ਵਿੱਚ ਹੁਣ ਇਹ ਨਹੀਂ ਪਤਾ ਵੀ ਇਹਦਾ ਕੀ ਹੋਊਗਾ, ਕਿਉਂਕਿ ਇਹ ਉਹਦੇ ਬਾਰੇ ਉਹਨਾਂ ਨੇ ਕੁਝ ਨਹੀਂ ਕਿਹਾ। ਉਹਨਾਂ ਨੇ ਤਾਂ ਆਪਣੀ ਕੋਰਟ ਬਾਰੇ ਕਿਹਾ ਇਸ ਕੇਸ ਦੇ ਵਿੱਚ। ਜਿਹੜਾ ਕੇਸ ਹੈਗਾ ਸਰਕਾਰ ਵਰਸਸ ਗਾਰਲੈਂਡ, ਇਹ ਸਿਰਫ ਡੀਲ ਕਰਦਾ ਸਰਕਟ ਕੋਰਟ ਦੇ ਕੇਸਾਂ ਨਾਲ। ਉਹਨਾਂ ਨੇ ਇਹ ਨਹੀਂ ਕਿਹਾ ਵੀ ਜਿਹੜੇ ਇਮੀਗ੍ਰੇਸ਼ਨ ਜੱਜਾਂ ਕੋਲ ਕੇਸ ਨੇ ਉਹ ਵੀ ਪੀਡੀ ਨਹੀਂ ਦੇ ਸਕਦੇ, ਉਹਦੇ ਬਾਰੇ ਕੁਝ ਨਹੀਂ ਕਿਹਾ। ਸੋ ਪਰ ਇਹ ਹੁਣ ਸਮਾਂ ਦੱਸੇਗਾ ਕਿ ਜਿਹੜੇ ਇਮੀਗ੍ਰੇਸ਼ਨ ਕੋਰਟਾਂ ਦੇ ਜੱਜ ਨੇ ਉਹ ਇਸ ਇਸ਼ੂ ਬਾਰੇ ਕੀ ਜਿਹੜੀ ਹੈਗੀ ਆ ਉਹ ਸਟੈਂਡ ਆਪਣਾ ਜਿਹੜਾ ਉਹ ਲੈਂਦੇ ਆ। ਇਸ ਤੋਂ ਇਲਾਵਾ ਜਿਹੜੀ ਹੁਣ ਅਗਲੀ ਇੰਪੋਰਟੈਂਟ ਖਬਰ ਹੈਗੀ ਉਹ ਵੀਜ਼ਾ ਬੁਲੇਟਿਨ ਬਾਰੇ ਹੈ ਜੀ। ਜਿਹੜਾ ਅਗਸਤ ਦਾ ਵੀਜ਼ਾ ਬੁਲੇਟਿਨ ਆ ਉਹ ਆ ਗਿਆ ਤੇ ਇਹਦੇ ਵਿੱਚ ਜਿਹੜੀਆਂ ਹੁਣ ਕੈਟਾਗਰੀਜ਼ ਹੈਗੀਆਂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਦੱਸਦਾ। ਜਿਹੜੀ F4 ਕੈਟਾਗਰੀ ਹੈਗੀ ਆ US ਸਿਟੀਜ਼ਨ ਦੇ ਭਰਾ ਤੇ ਭੈਣ ਤੇ ਉਹਨਾਂ ਦੇ ਜਿਹੜੇ ਬੱਚੇ, ਉਹ ਚੱਲ ਰਿਹਾ ਜੀ 15 ਸਤੰਬਰ 2005, ਉਹੀ ਜਿਹੜਾ ਕਿ ਪਿਛਲੇ ਮਹੀਨੇ ਚੱਲ ਰਿਹਾ ਸੀ। F3 ਕੈਟਾਗਰੀ ਹੈਗੀ ਆ ਜੀ ਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨਸ, ਉੱਥੇ ਚੱਲ ਰਿਹਾ ਜੀ 22 ਨਵੰਬਰ 2008। F2B ਹੈਗੀ ਆ ਕੈਟਾਗਰੀ ਜੀ ਅਨਮੈਰਿਡ ਸਨਸ ਐਂਡ ਡਾਟਰਸ ਓਵਰ 21 ਆਫ ਪਰਮਾਨੈਂਟ ਰੈਜ਼ੀਡੈਂਟਸ, ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਉੱਪਰ ਜਿਹੜੇ ਅਨਮੈਰਿਡ ਬੱਚੇ ਆ, ਉੱਥੇ ਚੱਲ ਰਿਹਾ ਜੀ 22 ਸਤੰਬਰ 2015। F2A ਕਰੰਟ ਆ, ਉਹ ਹੈਗੀ ਆ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ। F1 ਜਿਹੜੀ ਕੈਟਾਗਰੀ ਉਹ ਹੈਗੀ ਅਨਮੈਰਿਡ ਸਨਸ ਐਂਡ ਡਾਟਰ ਆਫ US ਸਿਟੀਜ਼ਨ, ਉੱਥੇ ਚੱਲ ਰਿਹਾ ਜੀ 1 ਦਸੰਬਰ 2014। ਸੋ ਕੋਈ ਵੀ ਖਾਸ ਮੂਵਮੈਂਟ ਦੇਖਣ ਨੂੰ ਨਹੀਂ ਮਿਲੀ। ਜਿਹੜੀਆਂ ਡੇਟਾਂ ਜੂਨ 'ਚ ਸੀਗੀਆਂ ਜਾਂ ਜੁਲਾਈ 'ਚ ਸੀ ਉਹੀ ਅਗਸਤ 'ਚ ਆ। ਸੋ ਕੋਈ ਖਾਸ ਜਿਹੜੀਆਂ ਇੰਟਰਵਿਊਜ਼ ਜਿਹੜੀਆਂ ਉਹਨਾਂ ਦੇ ਕੋਈ ਫੈਸਲੇ ਜਿਹੜੇ ਨਹੀਂ ਹੋਏ ਤੇ ਇਸ ਕਰਕੇ ਜਿਹੜੀਆਂ ਕੈਟਾਗਰੀਜ਼ ਨੇ ਉਹ ਬਿਲਕੁਲ ਵੀ ਅੱਗੇ ਨਹੀਂ ਜਿਹੜੀਆਂ ਮੂਵ ਹੋਈਆਂ, ਜੋ ਕਿ ਬਹੁਤ ਜ਼ਿਆਦਾ ਜਿਹੜੀ ਗੱਲ ਹੈਗੀ ਨਿਰਾਸ਼ਾ ਵਾਲੀ ਆ। ਤੇ ਇਹਦੇ ਬਾਰੇ ਜਿਹੜਾ ਹੈਗਾ ਉਹ ਹੁਣ ਜਿਹੜੀ ਸਰਕਾਰ ਆ
ਉਹਨੂੰ ਦੇਖਣਾ ਚਾਹੀਦਾ ਵੀ ਉਹ ਫਾਸਟ ਮੂਵ ਕਰੇ, ਕਿਉਂਕਿ ਬਹੁਤ ਜ਼ਿਆਦਾ ਲੋਕ ਜਿਹੜੇ ਆਪੋ ਆਪਣੀ ਕੰਟਰੀਆਂ ਦੇ ਵਿੱਚ ਉਡੀਕ ਰਹੇ ਨੇ ਤੇ ਇਹ ਉਹਨਾਂ ਦੇ ਨਾਲ ਜਿਹੜੀ ਬੇਇਨਸਾਫੀ ਆ। ਇਹਦੇ ਸਿਲਸਿਲੇ ਦੇ ਵਿੱਚ ਅਸੀਂ 2 ਸੈਂਟਰਾਂ ਨਾਲ ਮੈਂ ਗੱਲਬਾਤ ਕੀਤੀ ਹੈ। ਇੱਕ ਹੈਗੇ ਸੈਂਟਰ ਬੌਬ ਮਨੈਂਡਸ ਤੇ ਦੂਜਾ ਅਸੀਂ ਜਿਹੜੇ ਸੈਂਟਰ ਨੇ ਉਹ ਹੈਗੇ ਕੋਰੀ ਬੁੱਕਰ, ਉਹਨਾਂ ਨਾਲ ਸਾਡੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਜਾਣਕਾਰੀ ਦਿੱਤੀ ਵੀ ਆ ਕੈਟੇਗਰੀਆਂ ਮੂਵ ਨਹੀਂ ਹੋ ਰਹੀਆਂ ਤੇ ਉਹਨਾਂ ਨੇ ਕਿਹਾ ਵੀ ਲੁੱਕ ਇਨਟੂ ਇਟ, ਉਹ ਗੱਲ ਕਰਨਗੇ। ਤੇ ਇਹਦੇ ਨਾਲ ਸਾਨੂੰ ਮੌਕਾ ਮਿਲ ਰਿਹਾ ਜਿਹੜੇ ਕਿ ਅਮਰੀਕਾ ਦੇ ਸਾਬਕਾ ਫਸਟ ਲੇਡੀ ਨੇ, ਸੈਨੇਟਰ ਨੇ ਸਾਬਕਾ ਹਿਲਰੀ ਕਲਿੰਟਨ, ਉਹਨਾਂ ਨਾਲ ਮੁਲਾਕਾਤ ਕਰਨ ਦਾ। ਉਹਨਾਂ ਨਾਲ ਸਾਡੀ ਮੁਲਾਕਾਤ ਨਿਊਯਾਰਕ 'ਚ ਹੋਈ ਤੇ ਉੱਥੇ ਮੇਰੇ ਨਾਲ ਉਹਨਾਂ ਨੇ 8-10 ਮਿੰਟ ਗੱਲ ਕੀਤੀ ਤੇ ਉਹਨਾਂ ਨੂੰ ਜਿਹੜੇ ਅੱਡ ਇਮੀਗ੍ਰੇਸ਼ਨ ਦੇ ਇਸ਼ੂਜ਼ ਨੇ ਉਹਦੇ ਬਾਰੇ ਵੀ ਗੱਲ ਕੀਤੀ। ਮੈਂ ਉਹਨਾਂ ਨੂੰ ਰੋ ਵਰਸਸ ਵੇਡ ਬਾਰੇ ਵੀ ਸਵਾਲ ਪੁੱਛਿਆ ਵੀ ਜਿਹੜਾ ਓਵਰਟਰਨ ਸੁਪਰੀਮ ਕੋਰਟ ਨੇ ਕੀਤਾ ਉਹਦਾ ਕੀ ਜਿਹੜਾ ਹੈਗਾ ਹੁਣ ਉਹ ਹਾਊਸ ਜਾਂ ਸੈਨੇਟ ਦੇ ਵਿੱਚ ਕੀ ਉਹਦਾ ਜਿਹੜਾ ਕੋਈ ਲਾਅ ਬਣ ਰਿਹਾ ਜਾਂ ਕਿਸ ਤਰ੍ਹਾਂ ਹੋ ਰਿਹਾ, ਤੁਹਾਡੀ ਕੀ ਜਾਣਕਾਰੀ ਆ। ਤੇ ਉਹਨਾਂ ਦੇ ਨਾਲ ਬਾਕੀ ਮੈਂ ਆ ਜਿਹੜੇ ਇਮੀਗ੍ਰੇਸ਼ਨ ਦੇ ਹੋਰ ਇਸ਼ੂਜ਼ ਨੇ ਇਹ ਵੀ ਚੱਕੇ, ਵੀਜ਼ਾ ਬੁਲਟਨ ਬਾਰੇ ਵੀ ਗੱਲ ਕੀਤੀ ਆ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਆਈ ਵਿਲ ਲੁੱਕ ਇਨਟੂ ਇਟ। ਤੇ ਇਹ ਇੱਕ ਬੜੀ ਇੰਪੋਰਟੈਂਟ ਜਿਹੜੀ ਆ ਉਹ ਡਿਵੈਲਪਮੈਂਟ ਆ। ਤੇ ਇਹ ਤਾਂ ਹੋ ਗਿਆ ਜੀ ਇਹ ਜਿਹੜੀਆਂ ਅੱਜ ਦੀਆਂ ਆਪਣੀਆਂ ਖਬਰਾਂ ਨੇ ਇੰਪੋਰਟੈਂਟ। ਹੁਣ ਸਮਾਂ ਹੋ ਗਿਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ। ਤੇ ਸਾਰਿਆਂ ਤੋਂ ਪਹਿਲਾਂ ਜਿਹੜਾ ਜੀ ਸਵਾਲ ਆ ਉਹ ਹੈਗਾ ਜੀ ਕਿ ਉਹ ਇਹ ਕਹਿ ਰਹੇ ਆ ਕਿ ਜੀ ਅਸੀਂ ਐਫ ਜਿਹੜੀ 4 ਕੈਟੇਗਰੀ ਆ ਉਹਦੇ 'ਚ 2006 ਦਾ ਕੇਸ ਆ, ਕਦੋਂ ਵਾਰੀ ਆਏਗੀ। ਮੈਂ ਦੱਸ ਕੇ ਹਟਿਆ ਜੀ ਜਿਹੜਾ ਵੀਜ਼ਾ ਬੁਲਟਨ ਆ ਇਹਦੇ ਵਿੱਚ ਕੋਈ ਵੀ ਮੂਵਮੈਂਟ ਨਹੀਂ ਹੈਗੀ, ਅਜੇ ਵੀ ਸਤੰਬਰ 2005 ਹੀ ਚੱਲ ਰਿਹਾ ਤੇ ਅਜੇ ਕੁਝ ਨਹੀਂ ਕਹਿ ਸਕਦੇ ਕਦੋਂ ਆਏਗੀ। ਸਾਲ ਵੀ ਲੱਗ ਸਕਦਾ, 2 ਸਾਲ ਵੀ ਲੱਗ ਸਕਦੇ, ਜ਼ਿਆਦਾ ਟਾਈਮ ਵੀ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਦੇ ਵਿੱਚ ਹੈਗਾ 221G F3 ਕੈਟੇਗਰੀ 'ਚ ਜਨਵਰੀ 2019 ਤੋਂ ਤੇ ਮੇਰੀ ਵਾਈਫ ਤੇ ਮੇਰੀ ਬੇਟੀ ਨੂੰ ਵੀਜ਼ਾ ਮਿਲ ਗਿਆ ਸੀ ਤੇ ਉਹ ਅਮਰੀਕਾ ਚਲੇ ਗਏ ਤੇ ਮੈਂ ਸਾਰੇ ਡਾਕੂਮੈਂਟ ਜਿਹੜੇ ਹੈਗੇ ਆ ਉਹ ਜਿਹੜਾ ਇਹਨਾਂ ਸੈਂਟਰ ਹੈਗਾ ਜਲੰਧਰ ਉੱਥੇ ਜਮ੍ਹਾਂ ਕਰਾਤੇ ਸੀਗੇ ਤੇ ਉਹਨਾਂ ਨੇ ਦੁਬਾਰਾ ਫੇਰ ਉਹੀ ਲੈਟਰ ਇੱਕ ਇਸ਼ੂ ਕਰਤਾ ਤੇ ਇਹਨੂੰ ਕਿੰਨਾ ਟਾਈਮ ਲੱਗੂਗਾ। ਦੇਖੋ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਜਿਹੜੀ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਆ ਇਹ ਹੱਕ ਹੈ ਸਰਕਾਰ ਦਾ, ਉਹਨਾਂ ਦੀ ਇਹ ਜਿਹੜੀ ਆ ਉਹ ਜੋ ਮਰਜ਼ੀ ਮੰਗ ਸਕਦੇ ਆ, ਜਿੰਨਾ ਮਰਜ਼ੀ ਟਾਈਮ ਲੈ ਸਕਦੇ ਆ। ਤੇ ਆਮ ਤੌਰ 'ਤੇ ਇੰਨਾ ਟਾਈਮ ਲੱਗਦਾ ਨਹੀਂ ਸੀ, ਪਰ ਆ ਪੈਂਡੈਮਿਕ ਕਰਕੇ ਹੁਣ ਸਾਰਾ ਜਿਹੜਾ ਹੈਗਾ ਉਹ ਸਿਸਟਮ ਚੇਂਜ ਹੋਣ ਕਰਕੇ ਤੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿੰਨਾ ਟਾਈਮ ਹੋਰ ਲੱਗੂਗਾ। ਅਗਲਾ ਸਵਾਲ ਹੈ ਜੀ ਕਿ ਮੇਰੇ ਹਸਬੈਂਡ ਨੇ ਅਪਲਾਈ ਕੀਤਾ ਜੀ F2A ਕੈਟੇਗਰੀ ਦਾ ਕੇਸ 2019 'ਚ ਤੇ ਸਾਨੂੰ RFEI USCIS ਵੱਲੋਂ 2022 'ਚ ਡਾਕੂਮੈਂਟ ਭੇਜ ਦਿੱਤੇ ਆ, ਜੇ ਕੋਈ ਜਵਾਬ ਨਹੀਂ ਆਇਆ। ਇਹਨੂੰ ਟਾਈਮ ਲੱਗੂਗਾ ਜੀ। ਸੋ RFE ਤੋਂ ਬਾਅਦ ਟਾਈਮ ਲੱਗਦਾ ਤਾਂ ਇਸ ਤੋਂ ਬਾਅਦ ਤੁਹਾਡੀ ਅਪਰੂਵਲ ਆਊਗੀ। ਜੇ ਕੋਈ ਹੋਰ ਚੀਜ਼ ਨਹੀਂ ਚਾਹੀਦੀ ਹੋਏਗੀ ਤਾਂ ਉਸ ਤੋਂ ਬਾਅਦ ਇਹ ਕੇਸ ਉਹ ਭੇਜਣਗੇ NVC ਦੇ ਕੋਲ, ਤੁਹਾਨੂੰ ਵੇਟ ਕਰਨੀ ਚਾਹੀਦੀ ਆ। ਉਹਦਾ ਇਨਕੁਆਇਰੀ ਕਰਨੀ ਆ, ਤੁਸੀਂ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੈਂ ਆਪਣੀ ਵਾਈਫ ਦਾ ਅਪਲਾਈ ਕੀਤਾ 2019 'ਚ ਤੇ ਫਰਵਰੀ 2021 ਦੇ ਵਿੱਚ ਜਿਹੜੇ ਹੈਗੇ ਆ ਉਹ ਮੈਂ ਹੁਣ ਸਿਟੀਜ਼ਨ ਬਣ ਗਿਆ ਤੇ ਮੈਨੂੰ ਆਪਣਾ ਜਿਹੜਾ ਸਟੇਟਸ ਚੇਂਜ ਕੀਤੇ ਨੂੰ ਵੀ ਮਹੀਨੇ ਡੇਢ ਤੋਂ ਉੱਪਰ ਹੋ ਗਿਆ ਤਾਂ ਕਦੋਂ ਇੰਟਰਵਿਊ ਆਏਗੀ। ਇਹਨੂੰ ਟਾਈਮ ਲੱਗੇਗਾ ਜੀ, ਲੇਕਿਨ ਤੁਸੀਂ ਜੇ ਇਨਫੋਰਮ ਕਰਤਾ ਇਮੀਗ੍ਰੇਸ਼ਨ ਨੂੰ ਤਾਂ ਉਹ ਤੁਸੀਂ ਉਹਨਾਂ ਨਾਲ ਟੇਕ ਅਪ ਫਿਰ ਦੁਬਾਰਾ ਕਰੋ, ਉਹਨੂੰ ਜਿਹੜਾ ਫੋਲੋ ਕਰੋ, ਕਿਉਂਕਿ ਜੇ ਤੁਸੀਂ ਸਿਟੀਜ਼ਨ ਬਣ ਗਏ ਤਾਂ ਉਹ ਕੈਟੇਗਰੀ ਚੇਂਜ ਹੋ ਜਾਏਗੀ ਤੇ ਜਿਹੜੀ US ਸਿਟੀਜ਼ਨ ਦੇ ਹਸਬੈਂਡ ਵਾਈਫ ਦੀ ਕੈਟੇਗਰੀ ਆ ਉਹ ਜ਼ਿਆਦਾ ਫਾਸਟ ਕੈਟੇਗਰੀ ਹੈਗੀ ਹੈ ਗ੍ਰੀਨ ਕਾਰਡ ਹੋਲਡਰ ਨਾਲੋਂ। ਅਗਲਾ ਸਵਾਲ ਹੈ ਜੀ ਕਿ ਆਈਸ ਕੇਸਾਂ ਦੀ ਜਿਹੜੀ ਪ੍ਰੋਗਰੈਸ ਕੀ ਆ। ਅਸੀਂ ਫਰਵਰੀ 2020 'ਚ ਕੇਸ ਅਪਲਾਈ ਕੀਤਾ ਸੀ, ਫਿੰਗਰਪ੍ਰਿੰਟ ਹੋ ਗਏ ਸੀ ਮਾਰਚ 2020 'ਚ, ਪਰ ਕੇਸ ਪਟੀਸ਼ਨ ਅਜੇ ਤੱਕ ਕੋਈ ਜਿਹੜੀ ਸ਼ੋ ਨਹੀਂ ਹੋ ਰਹੀ ਕਦੋਂ ਹੀਅਰਿੰਗ ਹੋਏਗੀ। ਇਹਨੂੰ ਟਾਈਮ ਲੱਗੇਗਾ ਜੀ, ਕਿਉਂਕਿ ਤੁਸੀਂ ਮੇਰੇ ਖਿਆਲ ਅਸਾਈਲਮ ਕੇਸ ਦੀ ਗੱਲ ਕਰ ਰਹੇ ਹੋ ਕਿ ਇਹਨਾਂ ਕੇਸਾਂ ਦੇ ਵਿੱਚ ਜੇ ਫਿੰਗਰਪ੍ਰਿੰਟ ਹੋ ਜਾਣ ਤੇ ਡੇਟ ਨਾ ਆਵੇ ਤਾਂ ਤੁਹਾਨੂੰ 6 ਮਹੀਨੇ ਬਾਅਦ ਵਰਕ ਪਰਮਿਟ ਮਿਲ ਸਕਦਾ ASAP ਦੀ ਮੈਂਬਰਸ਼ਿਪ ਲੈ ਕੇ, ਪਰ ਇਹ ਨਹੀਂ ਪਤਾ ਇੰਟਰਵਿਊ ਕਦੋਂ ਆਏਗੀ, ਤੁਹਾਨੂੰ ਵੇਟ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ ਮੈਂ ਜਿਹੜਾ ਹੈਗਾ ਉਹ ਪੜ੍ਹਨਾ ਚਾਹੁੰਦਾ ਅਮਰੀਕਾ 'ਚ ਸਟੂਡੈਂਟ ਵੀਜ਼ੇ 'ਤੇ, ਪਰ ਮੇਰੀ ਪਟੀਸ਼ਨ F2A ਦੇ ਵਿੱਚ ਮਤਲਬ ਪੈਂਡਿੰਗ ਹੈ ਤੇ ਮੈਨੂੰ ਵੀਜ਼ਾ ਮਿਲਣ ਦਾ ਚਾਂਸ ਹੈ ਕਿ ਨਹੀਂ। ਘੱਟ ਚਾਂਸ ਹੈ ਜੀ, ਕਿਉਂਕਿ ਜਦੋਂ ਵੀ ਤੁਹਾਡਾ ਕਿਸੇ ਨੇ ਇਮੀਗ੍ਰੈਂਟ ਵੀਜ਼ਾ ਅਪਲਾਈ ਕੀਤਾ ਹੋਵੇ ਤਾਂ ਜਿਹੜਾ ਸਟੂਡੈਂਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਉਹ ਮਿਲਣ ਦੇ ਚਾਂਸ ਘੱਟ ਹੈ, ਕਿਉਂਕਿ ਉਹਦੇ 'ਚ ਇੰਟੈਂਟ ਇਹ ਹੋ ਜਾਂਦੀ ਵੀ ਤੁਸੀਂ ਉੱਥੇ ਰਹਿਣ ਜਾਣਾ, ਮੁੜ ਕੇ ਵਾਪਸ ਨਹੀਂ ਆਉਣਾ। ਤੇ ਜਿਹੜਾ ਸਟੂਡੈਂਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੀ ਸ਼ਰਤ ਇਹ ਹੁੰਦੀ ਆ ਕਿ ਜਿਹੜਾ ਬੰਦਾ ਚੱਲਿਆ ਉਸੇ ਕੰਮ ਲਈ ਗਿਆ ਹੋਵੇ ਤਾਂ ਉੱਥੋਂ ਵਾਪਸ ਆ ਜਾਵੇ। ਸੋ ਤੁਹਾਡੀ ਜਿਹੜੀ ਪਟੀਸ਼ਨ ਫਾਈਲ ਕੀਤੀ ਉਹਦੇ ਕਰਕੇ ਇਹ ਵੀਜ਼ਾ ਮਿਲਣਾ ਮੁਸ਼ਕਿਲ ਆ। ਅਗਲਾ ਸਵਾਲ ਹੈ ਜੀ ਕਿ ਕੀ ਸਟੂਡੈਂਟ ਵੀਜ਼ੇ ਨੂੰ ਅਸਾਈਲਮ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ? ਹਾਂਜੀ, ਕੀਤਾ ਜਾ ਸਕਦਾ। ਅਸਾਈਲਮ ਤੁਸੀਂ ਅਸਾਈਲਮ ਕੋਈ ਵੀ ਫਾਈਲ ਕਰ ਸਕਦਾ ਜਿਹਦੀ ਲੀਗਲ ਐਂਟਰੀ ਹੈ, ਚਾਹੇ ਕੋਈ ਵਿਜ਼ਟਰ ਵੀਜ਼ੇ 'ਤੇ ਆਇਆ, ਚਾਹੇ F1 'ਤੇ ਆਇਆ, ਚਾਹੇ H1 'ਤੇ ਆਇਆ,
ਚਾਹੇ R1 ਵੀਜ਼ੇ ਤੇ ਆਇਆ, ਕਿਸੇ ਵੀਜ਼ੇ ਤੇ ਵੀ ਜਿਹੜਾ ਆਇਆ ਉਹ ਅਸਾਈਲਮ ਕਰ ਸਕਦਾ। ਜਿਹੜਾ ਉੱਦਾਂ ਹੀ ਆਇਆ ਬਾਰਡਰ ਕ੍ਰੋਸ ਕਰਕੇ ਬਿਨਾਂ ਵੀਜ਼ੇ ਤੋਂ, ਉਹ ਵੀ ਕਰ ਸਕਦਾ। ਲੇਕਿਨ ਉਹ 'ਚ ਸ਼ਰਤ ਇੱਕੋ ਹੀ ਆ ਵੀ ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ ਉਹਨਾਂ ਦੇ ਵਿੱਚ ਕੇਸ ਹੋਣਾ ਚਾਹੀਦਾ, ਤੇ ਜਿਹੜਾ ਕੇਸ ਹੈਗਾ ਉਹ ਸੱਚਾ ਹੋਵੇ, ਲੈਜੀਟੀਮੇਟ ਹੋਵੇ, ਤੇ ਤੁਹਾਨੂੰ ਕੋਈ ਨਾ ਕੋਈ ਜਿਹੜੀ ਪ੍ਰੋਬਲਮ ਹੈਗੀ ਉਹ ਆਪਣੀ ਕੰਟਰੀ ਦੇ ਵਿੱਚ ਆਈ ਹੋਵੇ, ਤੁਸੀਂ ਪਰਸੀਕਿਊਟ ਹੋਏ ਹੋ, ਤੇ ਤੁਹਾਨੂੰ ਫਿਊਚਰ ਪਰਸੀਕਿਊਸ਼ਨ ਦਾ ਵੀ ਡਰ ਹੋਵੇ ਜਿਹੜਾ ਕਿ ਲੈਜੀਟੀਮੇਟ ਹੋਵੇ। ਸੋ ਇਨ ਅਦਰ ਵਰਡਸ, ਜੇ ਤੁਹਾਡਾ ਕੇਸ ਸੱਚਾ ਆ, ਤੁਹਾਨੂੰ ਸਹੀ ਪ੍ਰੋਬਲਮ ਆਈ ਆ ਆਪਣੀ ਕੰਟਰੀ 'ਚ, ਤੇ ਜਿਹੜੀ ਪ੍ਰੋਬਲਮ ਆ ਉਹਦੇ 5 ਗਰਾਊਂਡ ਨੇ ਅਸਾਈਲਮ ਦੇ ਉਹਨਾਂ ਨਾਲ ਰਿਲੇਟਡ ਆ, ਤਾਂ ਤੁਸੀਂ ਅਸਾਈਲਮ ਦਾ ਕੇਸ ਆਪਣਾ ਕਰ ਸਕਦੇ ਹੋ, ਚਾਹੇ ਤੁਸੀਂ ਸਟੂਡੈਂਟ ਵੀਜ਼ੇ ਤੇ ਵੀ ਆਏ ਹੋ। ਅਗਲਾ ਸਵਾਲ ਹੈ ਜੀ ਕਿ F4 ਦੀ ਅਪਡੇਟ ਬਾਰੇ ਕੁਝ ਦੱਸੋ, ਤੇ ਇਹ ਇੰਨੀ ਜ਼ਿਆਦਾ ਟਾਈਮ ਕਿਉਂ ਲੱਗ ਰਿਹਾ, ਤੇ ਇਹ ਵੀਜ਼ਾ ਜਿਹੜੀ ਸਰਕਾਰ ਹੈ ਇਹਨਾਂ ਨੇ ਆਪਣਾ ਸੁਝਾਅ ਦਿੱਤਾ ਵੀ ਸਰਕਾਰ $5,000 ਤੋਂ $7,000 ਲੈ ਕੇ ਵੀਜ਼ਾ ਇਸ਼ੂ ਜਿਹੜਾ ਉਹ ਕਰੇ। ਤੁਹਾਡਾ ਸੁਝਾਅ ਤਾਂ ਜਿਹੜਾ ਬਹੁਤ ਵਧੀਆ ਪਹਿਲਾਂ ਵੀ ਆਇਆ, ਪਹਿਲਾਂ ਗੱਲ ਇਹ ਉੱਠੀ ਸੀਗੀ ਕਿ ਜੀ ਤੁਸੀਂ $2,500 ਐਕਸਟਰਾ ਦੇ ਕੇ ਤੇ ਉਹ ਕਰ ਸਕਦੇ ਹੋ, ਇਹ ਵੀ ਉੱਠੀ ਆ। ਜਿਹੜਾ ਇੱਕ ਬਿੱਲ ਜਿਹੜਾ ਹੈਗਾ ਉਹ ਪਾਸ ਹੋ ਕੇ ਹਾਊਸ ਤੋਂ ਸੈਨੇਟ 'ਚ ਗਿਆ ਵੀ ਵੀਜ਼ਾ ਨੰਬਰ ਵਧਾ ਦਿਓ, ਤੇ ਉਹਨਾਂ ਬੰਦਿਆਂ ਨੂੰ ਇੱਥੇ ਟੈਂਪਰੇਰੀ ਵੀਜ਼ੇ ਦੇ ਕੇ ਇੱਥੇ ਆਉਣ ਦੀ ਜਿਹੜੀ ਹੈਗੀ ਆ ਉਹ ਪਰਮਿਸ਼ਨ ਦਿਓ ਜਿਨ੍ਹਾਂ ਦੇ ਕੇਸਾਂ ਨੂੰ ਇੰਨੇ ਸਾਲ ਹੋ ਗਏ, ਤਾਂ ਕਿ ਉਹ ਇੱਥੇ ਆ ਕੇ ਆਪਣਾ ਸਟੇਟਸ ਐਡਜਸਟ ਕਰ ਸਕਣ। ਇਸ ਕਿਸਮ ਦੀਆਂ ਹੈਗੀਆਂ, ਪਰ ਲੱਗਦਾ ਨਹੀਂ ਕਿ ਇਹ ਹੋਵੇ, ਕਿਉਂਕਿ ਰੀਜ਼ਨ ਉਹਦਾ ਹੈਗਾ ਵੀ ਜਿਹੜੀਆਂ ਇੱਦਾਂ ਦੀਆਂ ਚੇਂਜਸ ਨੇ ਉਹ ਕਾਂਗਰਸ ਦੇ ਥਰੂ ਜਾਂਦੀਆਂ ਨੇ, ਉਹ ਸਰਕਾਰ ਆਪਣੇ ਆਪ ਨਹੀਂ ਕਰ ਸਕਦੀ, ਤੇ ਉਹਦੇ ਵਾਸਤੇ ਜਿਹੜਾ ਬਿੱਲ ਹੈਗਾ ਉਹ ਹਾਊਸ ਤੇ ਸੈਨੇਟ ਦੋਨਾਂ ਤੋਂ ਪਾਸ ਹੋਣਾ ਚਾਹੀਦਾ। ਤੇ ਪੋਜੀਸ਼ਨ ਇੱਥੇ ਇਹ ਆ ਕਿ ਜਿਹੜਾ ਸੈਨੇਟ ਹੈਗਾ ਉਹਦੇ 'ਚ 60 ਵੋਟਾਂ ਚਾਹੀਦੀਆਂ ਨੇ, ਤੇ 60 ਵੋਟਾਂ ਜਿਹੜੇ ਇਮੀਗ੍ਰੇਸ਼ਨ ਦੇ ਫੇਵਰ 'ਚ ਬੰਦੇ ਨੇ ਉਹਨਾਂ ਕੋਲ ਨਹੀਂ ਹੈਗੀਆਂ, ਤੇ ਇਸ ਕਰਕੇ ਉਹ ਕੋਈ ਵੀ ਬਿੱਲ ਜਿਹੜਾ ਹੁੰਦਾ ਉਹ ਜਾ ਕੇ ਸੈਨੇਟ ਦੇ ਵਿੱਚ ਅੱਗੇ ਨਹੀਂ ਤੁਰਦਾ। ਤੇ ਜੇ ਹਾਊਸ ਇਕੱਲਾ ਪਾਸ ਕਰ ਵੀ ਦੇਵੇ ਤੇ ਸੈਨੇਟ ਨਾ ਕਰੇ ਤਾਂ ਲਾ ਨਹੀਂ ਬਣਦਾ, ਤਾਂ ਇਸ ਕਰਕੇ ਇਹਦੇ ਵਿੱਚ ਕੋਈ ਚੇਂਜ ਹੋਣ ਦੀ ਮੈਨੂੰ ਉਮੀਦ ਨਹੀਂ ਲੱਗਦੀ। ਅਗਲਾ ਸਵਾਲ ਹੈ ਜੀ ਕਿ ਅਸੀਂ 2 ਭਰਾ ਤੇ ਸਾਡੀ ਸਿਸਟਰ ਇੰਡੀਆ ਦੇ ਵਿੱਚ ਆ, ਪਰ ਕੇਸ 2005 ਦੇ ਵਿੱਚ ਅਪਲਾਈ ਕੀਤਾ ਸੀ F4 ਦੇ ਵਿੱਚ, ਤੇ ਡਾਕੂਮੈਂਟਰੀ ਕੁਆਲੀਫਾਈ ਹੋ ਗਿਆ, ਤੇ ਜਿਹੜੀ ਸਿਸਟਰ ਦੀ ਜਿਹੜੀ ਇੰਟਰਵਿਊ ਆਈ ਆ ਪਰ ਸਾਡੇ ਦੋਵਾਂ ਦੀ ਅਜੇ ਨਹੀਂ ਆਈ, ਤੇ ਹੁਣ ਇਹਨੂੰ ਕਿੰਨਾ ਟਾਈਮ ਲੱਗੂਗਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ, ਕਿਉਂਕਿ ਇਮੀਗ੍ਰੇਸ਼ਨ ਵਾਲੇ ਟਾਈਮ ਲੈ ਰਹੇ ਨੇ। ਜਿਵੇਂ ਹੁਣ ਦੱਸ ਕੇ ਹਟਿਆ ਵੀ ਕੈਟੇਗਰੀਆਂ ਮੂਵ ਨਹੀਂ ਹੋਈਆਂ, ਤੁਹਾਡੀ ਕਦੋਂ ਆਊਗੀ ਇਹਦੇ ਬਾਰੇ ਆਪਾਂ ਅਜੇ ਕੁਝ ਨਹੀਂ ਕਹਿ ਸਕਦੇ। ਅਗਲਾ ਸਵਾਲ ਹੈ ਜੀ ਕਿ ਸਪਟੈਂਬਰ ਦੀ ਇੰਟਰਵਿਊ ਦਾ ਸਕੈਜੂਲ ਕਦੋਂ ਜਿਹੜਾ ਹੈਗਾ ਉਹ ਫੈਮਿਲੀ ਕੈਟੇਗਰੀ ਦਾ ਹੋਏਗਾ। ਅਜੇ ਕੁਝ ਨਹੀਂ ਕਹਿ ਸਕਦੇ ਜੀ, ਅਜੇ ਤਾਂ ਉਹ ਕਹਿ ਰਿਹਾ ਕਿ ਸਪਟੈਂਬਰ ਚੱਲ ਰਿਹਾ 2005 ਹੈਗਾ F4 ਕੈਟੇਗਰੀ 'ਚ, ਪਰ ਮੇਰੀ ਜਾਣਕਾਰੀ ਆ ਕਿ ਕਈ ਲੋਕ ਜਿਹੜੇ ਫਰਵਰੀ ਮਾਰਚ 2005 ਦੇ ਵੀ ਹੈਗੇ, ਉਸ ਤੋਂ ਪਹਿਲਾਂ ਦੇ, ਉਹਨਾਂ ਨੂੰ ਅਜੇ ਤੱਕ ਵੀਜ਼ਾ ਨਹੀਂ ਮਿਲਿਆ। ਅਗਲਾ ਸਵਾਲ ਹੈ ਜੀ ਕਿ ਜਿਹੜੀ ਇਹ ਦੱਸੋ ਕਿ F4 ਕੈਟੇਗਰੀ 2007 'ਚ ਅਪਲਾਈ ਕੀਤਾ ਆ, ਤੇ ਮੈਂ ਕੀ ਅਮਰੀਕਾ ਦੇ ਵਿੱਚ ਸਟੂਡੈਂਟ ਵੀਜ਼ੇ ਲਈ ਅਪਲਾਈ ਕਰ ਸਕਦੀ ਹਾਂ। ਇਹਦੇ ਬਾਰੇ ਮੈਂ ਦੱਸ ਕੇ ਹਟਿਆ ਜੀ ਪਹਿਲਾਂ ਕਿ ਸਟੂਡੈਂਟ ਵੀਜ਼ਾ ਤੁਸੀਂ ਅਪਲਾਈ ਤਾਂ ਕਰ ਸਕਦੇ ਹੋ, ਪਰ ਕਿਉਂਕਿ ਤੁਹਾਡੀ ਇਮੀਗ੍ਰੈਂਟ ਪਟੀਸ਼ਨ ਲੱਗੀ ਆ ਤਾਂ ਤੁਹਾਨੂੰ ਮਿਲਣ ਦੀ ਉਮੀਦ ਬਹੁਤ ਘੱਟ ਆ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਤੁਸੀਂ ਜਿਹੜਾ ਹੈਗਾ ਉਹ ਵਾਪਸ ਨਹੀਂ ਜਾਣਾ, ਸੋ ਤੁਹਾਨੂੰ ਜ਼ਿਆਦਾ ਜਿਹੜੀ ਹੈਗੀ ਆ ਉਹ ਉਮੀਦ ਨਹੀਂ। ਅਗਲਾ ਸਵਾਲ ਹੈ ਜੀ ਕਿ ਅੰਬੈਸੀ ਜਿਹੜੀ ਬੰਬੇ ਤੋਂ ਦਿੱਲੀ ਕਦੋਂ ਸ਼ਿਫਟ ਹੋਏਗੀ, ਇਹਦੇ ਬਾਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ। ਹੁਣ ਵੀ ਅਸੀਂ ਇਹ ਮਸਲਾ ਉਠਾਇਆ, ਮੈਂ ਇਹ ਮਸਲਾ ਹਿਲਰੀ ਕਲਿੰਟਨ ਕੋਲ ਵੀ ਉਠਾਇਆ, ਸੈਨੇਟਰਾਂ ਕੋਲ ਵੀ ਉਠਾਇਆ, ਉਹਨਾਂ ਕੋਲ ਆ ਜਿਹੜੀਆਂ ਆਪਣੇ ਕੈਟੇਗਰੀਆਂ ਨਹੀਂ ਤੁਰ ਰਹੀਆਂ ਇਹਦਾ ਵੀ ਉਠਾਇਆ, ਤੇ ਉਹ ਕਹਿੰਦੇ ਸੀ ਵੀ ਲੁੱਕ ਇਨਟੂ ਇਟ, ਤੁਹਾਨੂੰ ਦੱਸਾਂਗੇ ਕੀ ਆ, ਹੁਣ ਦੇਖਦੇ ਹਾਂ ਕੀ ਮਤਲਬ ਕਰਦੇ ਆ, ਸਾਡੀ ਕੋਸ਼ਿਸ਼ ਜਾਰੀ ਹੈ। ਅਗਲਾ ਸਵਾਲ ਹੈ ਜੀ ਕਿ 2011 'ਚ ਅਪਲਾਈ ਕੀਤੀ ਸੀ F3 ਕੈਟੇਗਰੀ ਦੇ ਵਿੱਚ ਕੇਸ, ਤੇ ਉਸ ਤੋਂ ਬਾਅਦ ਸਾਨੂੰ ਕਿੰਨਾ ਟਾਈਮ ਲੱਗੂਗਾ। ਅਜੇ ਤਾਂ ਜੀ ਉੱਥੇ 2011 'ਚ ਕੀਤਾ, 2008 ਚੱਲ ਰਿਹਾ ਮੋਸਟ ਲਾਈਕਲੀ, ਤੇ ਇਹਨੂੰ ਟਾਈਮ ਲੱਗੂਗਾ। ਜਿਹੜੇ ਹੁਣ ਡਾਕੂਮੈਂਟ ਮੰਗੇ ਜਾ ਰਹੇ ਨੇ F4 ਕੈਟੇਗਰੀ 'ਚ ਉਹ ਹੈਗੇ ਆ 22 ਫਰਵਰੀ 2006, F3 'ਚ ਹੈਗੇ 8 ਨਵੰਬਰ 2009, F2B 'ਚ ਹੈਗੇ 1 ਜਨਵਰੀ 2017, F2A ਕਰੰਟ ਹੈ, ਤੇ F1 'ਚ ਹੈਗੇ 8 ਅਗਸਤ 2016, ਪਰ ਵੀਜ਼ੇ ਦੀਆਂ ਇੰਟਰਵਿਊਜ਼ ਅਜੇ ਨਹੀਂ ਆ ਰਹੀਆਂ। ਅਗਲਾ ਸਵਾਲ ਹੈ ਜੀ ਕਿ ਇਹ ਸੁਝਾਅ ਦਿਓ ਸਰਕਾਰ ਨੂੰ ਕਿ ਜਿਹੜੀਆਂ F3 ਤੇ F4 ਕੈਟੇਗਰੀਜ਼ ਨੇ ਇਹਨਾਂ ਦੇ ਵਿੱਚ ਉਹ ਕਹਿ ਰਹੇ ਆ ਵੀ ਜ਼ਿਆਦਾ ਪੈਸੇ ਦੇ ਕੇ ਆਉਣ ਦਿਓ। ਇਹ ਆਲਰੇਡੀ ਜਿਹੜਾ ਸੁਝਾਅ ਗਿਆ ਹੋਇਆ, ਪਰ ਇਹਦੀ ਪ੍ਰੋਬਲਮ ਸਰਕਾਰ ਦੀ ਨਹੀਂ ਹੈਗੀ, ਇਹ ਪ੍ਰੋਬਲਮ ਹਾਊਸ ਆਫ ਰੈਪਰੈਜ਼ੈਂਟੇਟਿਵ ਤੇ ਸੈਨੇਟ ਦੀ ਆ, ਕਿਉਂਕਿ ਇਹਦੇ ਵਾਸਤੇ ਲਾਅ ਬਣਾਉਣਾ ਪੈਣਾ, ਤੇ ਲਾਅ ਜਿਹੜਾ ਇੱਥੇ ਆ ਬੜਾ ਮੁਸ਼ਕਿਲ ਬਣਦਾ, ਕਿਉਂਕਿ ਜਿਹੜੀ ਸੈਨੇਟ ਆ ਉਹਦੇ ਵਿੱਚ 60 ਵੋਟਾਂ ਚਾਹੀਦੀਆਂ ਨੇ 100 ਚੋਂ, ਤੇ ਉਹ ਹੁਣ ਜਿਹੜੀ ਦੂਜੀ ਪਾਰਟੀ ਆ ਖਾਸ ਕਰਕੇ ਰਿਪਬਲਿਕਨ, ਉਹਦੇ ਜਿਹੜੇ ਲੀਡਰ ਨੇ ਉਹ ਨਹੀਂ ਨਾਲ ਲੱਗਦੇ ਇਮੀਗ੍ਰੇਸ਼ਨ ਦੇ ਇਹੋ ਜਿਹੇ ਬਿੱਲਾਂ ਦੇ, ਇਸ ਕਰਕੇ ਪਾਸ ਹੋਣੇ ਮੁਸ਼ਕਿਲ ਆ।
ਅਗਲਾ ਸਵਾਲ ਹੈ ਜੀ ਕਿ F3 ਕੈਟਾਗਰੀ ਪ੍ਰਾਇਓਰਟੀ ਡੇਟ ਹੈਗੀ ਮਾਰਚ 2009, ਵੈਲਕਮ ਲੈਟਰ ਆ ਗਿਆ ਸੀ 2020 'ਚ, ਅਤੇ ਡਾਕੂਮੈਂਟ ਜਿਹੜੇ ਕੁਆਲੀਫਾਈ ਕੇਸ ਹੋ ਗਿਆ ਸੀ 21 'ਤੇ ਕਦੋਂ ਇੰਟਰਵਿਊ ਆਊਗੀ ਕੁਛ ਨਹੀਂ ਕਹਿ ਸਕਦੇ ਜੀ, ਅਜੇ ਤਾਂ ਉੱਥੇ ਬਹੁਤ ਡਿਲੇ ਆ। ਜਿਹੜਾ ਮੈਂ ਹੁਣ ਤੁਹਾਨੂੰ ਦੱਸ ਕੇ ਹਟਿਆ ਵੀਜ਼ਾ ਬੁਲੇਟਿਨ ਕਿ ਜਿਹੜਾ ਹੈਗਾ F4 ਕੈਟਾਗਰੀ 15 ਸਤੰਬਰ 2005 ਚੱਲ ਰਿਹਾ, F3 ਚੱਲ ਰਿਹਾ 22 ਨਵੰਬਰ 2008, F2B ਚੱਲ ਰਿਹਾ 22 ਸਤੰਬਰ 2015, F2A ਕਰੰਟ ਹੈ, ਅਤੇ F1 ਹੈਗਾ ਜੀ 1 ਦਸੰਬਰ 2014। ਸੋ ਇਹਦਾ ਕੁਛ ਨਹੀਂ ਪਤਾ ਜੀ ਕਿੰਨਾ ਟਾਈਮ ਲੱਗੇਗਾ। ਅਗਲਾ ਸਵਾਲ ਹੈ ਜੀ ਕਿ ਮੈਕਸੀਕੋ ਬਾਰਡਰ ਪਾਸਪੋਰਟ ਲੈ ਕੇ ਕੋਈ ਪ੍ਰੋਬਲਮ ਤਾਂ ਨਹੀਂ? ਕਾਫੀ ਲੋਕ ਜਿਹੜੇ ਉੱਥੋਂ ਬਾਰਡਰ ਕ੍ਰਾਸ ਕਰਕੇ ਆਉਂਦੇ ਪਾਸਪੋਰਟ ਨਾਲ ਲੈ ਕੇ ਆਉਂਦੇ ਆ, ਉਹਨਾਂ ਦਾ ਪਾਸਪੋਰਟ ਸਰਕਾਰ ਰੱਖ ਲੈਂਦੀ ਆ, ਉਹਦੇ ਕਰਕੇ ਕੋਈ ਪ੍ਰੋਬਲਮ ਨਹੀਂ ਆਉਂਦੀ। ਇਹ ਨਹੀਂ ਹੈਗਾ ਵੀ ਜੇ ਪਾਸਪੋਰਟ ਕੋਲ ਹੈਗਾ ਤੁਹਾਨੂੰ ਰਿਪੋਰਟ ਕਰ ਦੇਣਗੇ। ਜੇ ਉਹਨਾਂ ਨੇ ਤੁਹਾਨੂੰ ਐਂਟਰੀ ਦੇਣੀ ਆ ਤਾਂ ਜੇ ਪਾਸਪੋਰਟ ਨਹੀਂ ਆ ਤਾਂ ਵੀ ਦੇਣੀ ਆ, ਜੇ ਹੈਗਾ ਤਾਂ ਵੀ ਦੇ ਦਿੰਦੇ ਆ, ਅਤੇ ਉਹ ਪਾਸਪੋਰਟ ਦਾ ਇਹਦੇ ਨਾਲ ਕੋਈ ਜ਼ਿਆਦਾ ਖਾਸ ਇਫੈਕਟ ਨਹੀਂ ਹੈ। ਅਤੇ ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਅਗਸਤ 21 'ਚ ਮਤਲਬ ਕਦੋਂ ਨੰਬਰ ਆਏਗਾ? ਅਗਸਤ 21 ਤਾਂ ਬਹੁਤ ਦੂਰ ਹੈ ਜੀ, ਅਜੇ ਤਾਂ 15 ਸਤੰਬਰ 2005 ਚੱਲ ਰਿਹਾ। ਸੋ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਸਾਲ ਲੱਗਣਗੇ। ਅਜੇ 16-17 ਸਾਲ ਮਤਲਬ 15-16 ਸਾਲ ਤਾਂ ਹੁਣੇ ਲੱਗ ਰਹੇ ਆ, ਅਤੇ ਉਦੋਂ ਨੂੰ ਕੀ ਪਤਾ 20 ਜਾਂ 25 ਹੋ ਜਾਣ। ਸੋ ਯੂ ਨੈਵਰ ਨੋ। ਅਗਲਾ ਸਵਾਲ ਹੈ ਜੀ ਕਿ ਸਾਡੀ I-130 ਪਟੀਸ਼ਨ ਮੈਰਿਡ ਸਨ ਅਤੇ ਡਾਟਰ ਦੀ 2010 ਵਿੱਚ ਅਪਰੂਵ ਹੋਈ ਸੀ, ਕਿੰਨਾ ਟਾਈਮ ਲੱਗੂਗਾ? 2008 ਚੱਲ ਰਿਹਾ ਜੀ, 22 ਨਵੰਬਰ 2008, ਅਤੇ 2009 ਦੇ ਜਿਹੜੇ ਹੈਗੇ ਡਾਕੂਮੈਂਟਸ ਲੈਣੇ ਸ਼ੁਰੂ ਕਰਤੇ ਆ, ਅਤੇ ਇਹਦੇ 'ਚ ਹੁਣ ਦੇਖੋ ਕਿੰਨਾ ਟਾਈਮ ਲੱਗ ਰਿਹਾ। ਅਗਲਾ ਸਵਾਲ ਜੀ, ਮੇਰੇ ਕੋਲ ਸੈਲਮ ਦਾ ਗ੍ਰੀਨ ਕਾਰਡ ਆ ਅਤੇ ਮੈਂ ਮੈਡੀਕਲ ਲੈਣਾ ਹੈ ਅਤੇ ਮੈਂ ਆਪਣੀ ਵਾਈਫ ਦਾ ਅਪਲਾਈ ਕੀਤਾ ਹੈ, ਇਸ 'ਤੇ ਅਸਰ ਪਏਗਾ? ਪੈ ਸਕਦਾ ਜੀ, ਕਿਉਂਕਿ ਜਿਹੜੇ ਸਰਕਾਰੀ ਬੈਨੀਫਿਟ ਹੈਗੇ ਆ ਉਹ ਤੁਸੀਂ ਨਾ ਲਓ, ਕਿਉਂਕਿ ਜਿਹੜੀ ਇਹਨਾਂ ਦੀ ਹੁਣ ਮਤਲਬ ਪਾਲਿਸੀ ਹੈਗੀ ਆ ਉਹ ਥੋੜ੍ਹੀ ਜਿਹੀ ਲਿਬਰਲ ਤਾਂ ਹੈਗੀ ਪਿਛਲੀ ਸਰਕਾਰ ਨਾਲੋਂ, ਪਰ ਫਿਰ ਵੀ ਜੇ ਤੁਸੀਂ ਲੌਂਗ ਟਰਮ ਮੈਡੀਕਲ ਬੈਨੀਫਿਟ ਲੈਂਦੇ ਸਰਕਾਰ ਤੋਂ ਤਾਂ ਉਹ 'ਤੇ ਅਸਰ ਪੈ ਸਕਦਾ। ਜਿਹੜੀ ਸੋਸ਼ਲ ਸਿਕਿਉਰਿਟੀ ਇਨਕਮ ਆ ਤਾਂ ਬਿਲਕੁਲ ਨਹੀਂ ਲੈਣੀ ਚਾਹੀਦੀ, ਕਿਉਂਕਿ ਜੇ ਤੁਸੀਂ ਉਹ ਇਨਕਮ ਲਓਗੇ ਅਤੇ ਉਹਦਾ ਜਿਹੜਾ ਹੈਗਾ ਉਹ ਅਸਰ ਬਹੁਤ ਜ਼ਿਆਦਾ ਉੱਤੇ ਜਿਹੜਾ ਮਾੜਾ ਪੈਂਦਾ, ਅਤੇ ਉਹ ਤੁਹਾਨੂੰ ਫਿਰ ਜਿਹੜਾ ਲੈਣ 'ਚ ਮਤਲਬ ਪ੍ਰੋਬਲਮ ਆ ਜਾਂਦੀ ਹੈ। ਅਤੇ ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜੇ ਸਾਡੇ ਕੇਸ ਨੇ ਅਸੈਲਮ ਦੇ ਕੇਸ, ਉਹਨਾਂ ਦੀ ਕੀ ਪੋਜੀਸ਼ਨ ਹੈਗੀ ਆ, ਵੀ ਉਹ ਪਾਸ ਹੋ ਰਹੇ ਆ ਕਿ ਨਹੀਂ ਹੋ ਰਹੇ? ਪਾਸ ਹੋ ਰਹੇ ਆ ਜੀ। ਸਾਡੇ ਪਿਛਲੇ ਹਫਤੇ ਦੇ ਵਿੱਚ ਹੀ 4 ਕੇਸ ਪਾਸ ਹੋਏ ਆ, 2 ਨਿਊਯਾਰਕ 2 ਕੈਲੀਫੋਰਨੀਆ। ਸੋ ਕੇਸ 'ਤੇ ਵੀ ਡਿਪੈਂਡ ਕਰਦਾ, ਜੱਜ ਸਾਹਿਬਾਨ 'ਤੇ ਵੀ ਕਰਦਾ, ਪਰ ਕੇਸ ਪਾਸ ਹੁੰਦੇ ਆ, ਅਤੇ ਸਾਡੇ ਆਫਿਸ ਦੇ ਹੁਣੇ ਹੋ ਕੇ ਹਟੇ ਆ। ਅਗਲਾ ਸਵਾਲ ਹੈ ਜੀ ਕਿ ਅਸੀਂ ਇੱਥੇ ਮੂਵ ਹੋ ਗਏ ਸੀ 2014 'ਚ, ਅਤੇ ਸਾਡਾ ਕੇਸ ਐਲਮ ਦਾ ਇਮੀਗ੍ਰੇਸ਼ਨ ਕੋਰਟ ਕੋਲ ਰੈਫਰ ਹੋ ਗਿਆ, ਫਾਈਨਲ ਡੇਟ ਆ 2025 'ਚ, ਅਤੇ ਸਾਰੀ ਫੈਮਿਲੀ ਇੱਥੇ ਆ, ਅਤੇ ਅਸੀਂ ਜੇ ਆਪਣੀ ਡੇਟ ਜਲਦੀ ਮਤਲਬ ਕਰਾਉਣਾ ਚਾਹੀਏ ਤਾਂ ਕਰਾ ਸਕਦੇ ਹਾਂ। ਕਿ ਇਹਦਾ ਕੋਈ ਸਾਡੇ 'ਤੇ ਮਾੜਾ ਅਸਰ ਪਏਗਾ? ਡੇਟਾਂ ਜਿਹੜੇ ਪੁਰਾਣੇ ਕੇਸਾਂ ਦੀਆਂ ਉਹ ਅੱਗੇ ਦੇ ਰਹੀ ਹੈ ਕੋਰਟ, ਖਾਸ ਕਰਕੇ ਸੈਨ ਫਰਾਂਸਿਸਕੋ ਜਿਹੜਾ ਹੈਗਾ ਡਿਸਟ੍ਰਿਕਟ, ਜਾਂ ਜਿਹੜਾ ਹੈਗਾ ਨਿਊਯਾਰਕ ਵਾਲਾ, ਅਤੇ ਈਵਨ ਸ਼ਿਕਾਗੋ 'ਚ ਵੀ ਡਿਲੇ ਆ। ਸਾਰਿਆਂ 'ਚ ਉਹ 25 ਜਾਂ 26 ਦੀ ਡੇਟ ਦੇ ਰਹੇ ਆ, ਕਿਉਂਕਿ ਨਵੇਂ ਜਿਹੜੇ ਬੰਦੇ ਆਉਂਦੇ ਉਹਨਾਂ ਨੂੰ ਇਹ ਡੇਟਾਂ ਪਹਿਲਾਂ ਦੇ ਰਹੇ ਆ। ਇਹਦਾ ਕੇਸ 'ਤੇ ਕੋਈ ਮਾੜਾ ਅਸਰ ਨਹੀਂ ਪੈਣਾ ਜੀ। ਤੁਸੀਂ ਜਿਹੜਾ ਜੋ ਵੀ ਆ ਉਹ ਜੇ ਮੋਸ਼ਨ ਟੂ ਐਡਵਾਂਸ ਪਾਉਣੀ ਆ ਪਾ ਸਕਦੇ ਹੋ, ਅਤੇ ਉਹ ਪਹਿਲਾਂ ਡੇਟ ਜੱਜ ਦੇ ਸਕਦੇ ਜੇ ਉਹਨਾਂ ਕੋਲ ਹੋਵੇ ਟਾਈਮ, ਪਰ ਇਹਦਾ ਕੇਸ 'ਤੇ ਕੋਈ ਮਾੜਾ ਅਸਰ ਜਿਹੜਾ ਉਹ ਨਹੀਂ ਪੈਂਦਾ। ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ ਅਸੈਲਮ ਦਾ ਪੈਂਡਿੰਗ ਆ, ਮੈਂ ਸਿਟੀਜ਼ਨ ਨਾਲ ਵਿਆਹ ਕਰ ਸਕਦਾ, ਅਤੇ ਇੱਥੇ ਅਮਰੀਕਾ ਦੇ ਵਿੱਚ ਮੈਨੂੰ ਗ੍ਰੀਨ ਕਾਰਡ ਜਿਹੜਾ ਹੈਗਾ ਉਹ ਮਿਲ ਸਕਦਾ। ਮੈਂ ਮੈਕਸੀਕੋ ਰਾਹੀਂ ਐਂਟਰ ਕੀਤਾ। ਅਮਰੀਕਾ ਦੇ ਵਿੱਚ ਸਿਟੀਜ਼ਨ ਨਾਲ ਵਿਆਹ ਕਰਕੇ ਗ੍ਰੀਨ ਕਾਰਡ ਲੈਣ ਵਾਸਤੇ ਲੀਗਲ ਐਂਟਰੀ ਦੀ ਲੋੜ ਆ, ਕਿ ਤੁਸੀਂ ਵਿਜ਼ਟਰ ਵੀਜ਼ੇ 'ਤੇ ਆਏ ਹੋਵੋ, ਜਾਂ ਸਟੂਡੈਂਟ ਵੀਜ਼ੇ 'ਤੇ ਆਏ ਹੋਵੋ, ਜਾਂ H1 'ਤੇ ਆਏ ਹੋਵੋ। ਇਸ ਤਰ੍ਹਾਂ ਜੇ ਤੁਹਾਡੀ ਐਂਟਰੀ ਮੈਕਸੀਕੋ ਬਾਰਡਰ ਰਾਹੀਂ ਲੀਗਲ ਨਹੀਂ ਹੈਗੀ, ਤਾਂ ਤੁਹਾਨੂੰ ਜੇ I-94 ਨਹੀਂ ਮਿਲਿਆ ਤਾਂ ਤੁਹਾਨੂੰ ਆਪਣੀ ਕੰਟਰੀ ਜਾਣਾ ਪੈਣਾ, ਉਸ ਤੋਂ ਪਹਿਲਾਂ ਵੇਵਰ ਲੈਣਾ ਪੈਣਾ ਤਾਂ ਕਿ ਉੱਥੋਂ ਆ ਸਕੋ। ਇੱਥੇ ਅਮਰੀਕਾ ਦੇ ਵਿੱਚ ਰਹਿ ਕੇ ਤੁਸੀਂ ਗ੍ਰੀਨ ਕਾਰਡ ਨਹੀਂ ਲੈ ਸਕੋਗੇ ਜੇ ਤੁਹਾਡੀ ਐਂਟਰੀ ਲੀਗਲ ਨਹੀਂ ਹੈਗੀ। ਇਹ ਹੈ ਜੀ ਦਾ ਜਵਾਬ। ਅਗਲਾ ਸਵਾਲ ਹੈ ਜੀ ਕਿ ਮੈਂ 2019 'ਚ ਡਿਪੋਰਟ ਹੋਇਆ ਸੀ, BIA ਤੋਂ ਕੇਸ ਡਿਨਾਈ ਹੋ ਗਿਆ ਸੀਗਾ, ਅਤੇ ਉਸ ਤੋਂ ਬਾਅਦ ਕਿੰਨੇ ਸਾਲ ਦਾ ਬੈਨ ਆ? ਬੈਨ ਨਾਰਮਲੀ 5 ਸਾਲ ਜਾਂ 10 ਸਾਲ ਦਾ ਹੁੰਦਾ, ਅਤੇ ਉਹ ਬੈਨ ਜਿਹੜਾ ਹੈਗਾ ਉਹ ਫਿਰ ਲਾਗੂ ਹੁੰਦਾ। ਜੇ ਤੁਸੀਂ ਉਹ ਬੈਨ ਦੇ ਦੌਰਾਨ ਦੁਬਾਰਾ ਆਉਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਤੁਹਾਡਾ ਕੇਸ ਰੀਇਨਸਟੇਟ ਕਰਕੇ ਤੁਹਾਨੂੰ ਦੁਬਾਰਾ ਫਿਰ ਡਿਪੋਰਟ ਜਿਹੜਾ ਉਹ ਕਰ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਅਸੈਲਮ ਬਾਰੇ ਜ਼ਿਆਦਾ ਜ਼ਰੂਰੀ ਹੋ ਗਏ ਨੇ ਗਵਰਨਮੈਂਟ ਲਈ, ਅਤੇ ਗ੍ਰੀਨ ਕਾਰਡ ਵਾਲਿਆਂ ਦੀ ਕੋਈ ਇੰਪੋਰਟੈਂਸ ਨਹੀਂ।
ਸਾਡੇ ਹਸਬੈਂਡ ਵਾਈਫ ਦਾ ਕੇਸ ਬਹੁਤ ਦੇਰ ਦਾ ਲੱਗਿਆ ਹੋਇਆ, ਸਾਨੂੰ ਇੱਥੇ ਕੋਈ ਇੰਟਰਵਿਊ ਡੇਟ ਨਹੀਂ ਆ ਰਹੀ। ਅਸਾਈਲਮ ਵਾਲੇ ਜਿਹੜੇ ਨੇ ਉਹ ਇਸ ਤਰ੍ਹਾਂ ਜ਼ਿਆਦਾ ਇੰਪੋਰਟੈਂਟ ਨਹੀਂ ਹੋਏ, ਲੇਕਿਨ ਗੱਲ ਇਹ ਆ ਕਿ ਜਦੋਂ ਹੁਣ ਲੋਕੀ ਬਾਰਡਰ ਕ੍ਰੋਸ ਕਰਕੇ ਕਾਫੀ ਜ਼ਿਆਦਾ ਆ ਰਹੇ ਆ, ਉਹਨਾਂ ਨੂੰ ਗੌਰਮੈਂਟ ਜਿਹੜੀ ਕਿਸੇ ਤਰੀਕੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਜਿਹੜੀ ਪਿਛਲੀ ਸਰਕਾਰ ਸੀਗੀ ਉਹਨਾਂ ਦੀ ਨੀਤੀ ਇਹ ਸੀਗੀ ਕਿ ਜਿਹੜਾ ਆ ਗਿਆ ਉਹਨੂੰ ਵਾਪਸ ਭੇਜ ਦਿਓ, ਜ਼ੀਰੋ ਟੋਲਰੈਂਸ, ਪਰ ਇਹਨਾਂ ਨੇ ਉਹਨੂੰ ਚੇਂਜ ਕੀਤਾ ਤੇ ਉਹਦੇ ਕਰਕੇ ਕਾਫੀ ਲੋਕ ਇੱਥੇ ਆ ਰਹੇ ਨੇ ਬਾਰਡਰ ਕ੍ਰੋਸ ਕਰਕੇ। ਪਰ ਜਿਹੜੀ ਗ੍ਰੀਨ ਕਾਰਡ ਵਾਲੇ ਨੇ ਉਹਨਾਂ ਦੀ ਜਿਹੜੀਆਂ ਮਤਲਬ ਆਪਣੀਆਂ ਕੈਟੇਗਰੀਆਂ ਨੇ, ਇਹ ਜ਼ਰੂਰ ਆ ਕਿ ਸਾਰੀਆਂ ਸਲੋ ਨੇ, ਅਜੇ ਇੰਟਰਵਿਊ ਨਹੀਂ ਹੋ ਰਹੀਆਂ। ਤੇ ਇਹ ਇਕੱਲਾ ਹਸਬੈਂਡ ਵਾਈਫ ਦੇ ਕੇਸਾਂ ਨਹੀਂ, ਜਿਹੜੀਆਂ ਬਾਕੀ ਕੈਟੇਗਰੀਆਂ F4 'ਚ ਵੀ ਕੋਈ ਇੰਟਰਵਿਊ ਨਹੀਂ, F3 'ਚ ਵੀ ਕੋਈ ਇੰਟਰਵਿਊ ਨਹੀਂ ਗੀ ਅਜੇ। ਸੋ ਕਾਫੀ ਜ਼ਿਆਦਾ ਟਾਈਮ ਲੱਗ ਰਿਹਾ, ਬਹੁਤ ਸਲੋ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਆਪਣੀ ਕੰਟਰੀ ਜਾ ਕੇ ਵਿਆਹ ਕਰ ਸਕਦਾ ਕਿ ਨਹੀਂ, ਖਾਸ ਕਰਕੇ ਜਿਹੜਾ ਅਸਾਈਲਮ ਲਿਆ ਹੋਵੇ। ਦੇਖੋ, ਗ੍ਰੀਨ ਕਾਰਡ ਹੋਲਡਰ ਦਾ ਜਿਹੜਾ ਹੈਗਾ ਉਹਨੂੰ ਟਰੈਵਲ ਪਰਮਿਟਡ ਹੁੰਦੀ, ਕਿਤੇ ਵੀ ਜਾ ਸਕਦਾ, ਪਰ ਜੇ ਉਹਨੇ ਅਸਾਈਲਮ ਲਿਆ ਤਾਂ ਜਿਹੜੀ ਕੰਟਰੀ ਤੋਂ ਅਸਾਈਲਮ ਲਿਆ ਉੱਥੇ ਜਾ ਕੇ ਦੁਬਾਰਾ ਕਰੂਗਾ ਤਾਂ ਉਹਦੇ ਬਾਰੇ ਕੁਐਸਚਨ ਪੁੱਛ ਸਕਦੇ ਆ ਵੀ ਤੈਨੂੰ ਜੇ ਖਤਰਾ ਹੈ ਨਹੀਂ ਕੋਈ, ਤਾਂ ਉਹਦਾ ਅਸਾਈਲਮ ਕੇਸ ਜਿਹੜਾ ਹੈਗਾ ਉਹਨੂੰ ਉਹ ਜਿਹੜੀ ਅਪਰੂਵਲ ਕੈਂਸਲ ਕਰ ਸਕਦੇ ਆ, ਉਹਨੂੰ ਪ੍ਰੋਬਲਮ ਆ ਸਕਦੀ ਆ। ਤੇ ਅਸੀਂ ਇਹ ਰਿਕਮੈਂਡ ਕਰਦੇ ਹਾਂ ਵੀ ਸਿਟੀਜ਼ਨ ਬਣਨ ਤੋਂ ਪਹਿਲਾਂ ਉਹ ਜਿਹੜੀ ਆਪਣੀ ਕੰਟਰੀ ਜਿੱਥੋਂ ਆਇਆ ਉੱਥੇ ਨਾ ਜਾਵੇ, ਕਿਉਂਕਿ ਉਹਨੇ ਜਿਹੜਾ ਅਸਾਈਲਮ ਲਿਆ ਹੀ ਇਸ ਗਰਾਊਂਡ 'ਤੇ ਆ ਵੀ ਮੈਨੂੰ ਆਪਣੀ ਕੰਟਰੀ 'ਚ ਖਤਰਾ, ਮੈਂ ਜਾ ਨਹੀਂ ਸਕਦਾ। ਜੇ ਉਹ ਜਾਏਗਾ ਤਾਂ ਉਹਦੇ 'ਤੇ ਇਹ ਕੁਐਸਚਨ ਹੋ ਸਕਦਾ ਵੀ ਤੂੰ ਆਪਣੀ ਕੰਟਰੀ ਕਿਉਂ ਗਿਆ, ਤੂੰ ਤਾਂ ਇਹ ਕਹਿ ਰਿਹਾ ਸੀ ਮੈਨੂੰ ਬੜਾ ਖਤਰਾ ਆ, ਤੇ ਜੇ ਤੂੰ ਜਾ ਸਕਦਾ ਤਾਂ ਤੇਰਾ ਅਸਾਈਲਮ ਕੈਂਸਲ ਹੋ ਸਕਦਾ। ਸੋ ਇਸ ਕਰਕੇ ਇਹਦੇ 'ਚ ਆਮ ਤੌਰ 'ਤੇ ਪ੍ਰੋਬਲਮ ਇੰਨੀ ਐਕਸਟੈਂਡ ਤੱਕ ਗੌਰਮੈਂਟ ਜਾਂਦੀ ਤਾਂ ਨਹੀਂ, ਪਰ ਜੇ ਚਾਹੇ ਤਾਂ ਉਹ ਜਾ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਮੇਰੇ ਅਸਾਈਲਮ ਕੇਸ ਦੀ ਫਾਈਨਲ ਡੇਟ ਕੈਂਸਲ ਹੋ ਗਈ, ਪਰ ਅਜੇ ਤੱਕ ਕੋਈ ਨਵੀਂ ਡੇਟ ਨਹੀਂ ਆਈ, ਇਸ ਬਾਰੇ ਕੋਈ ਦੱਸੋ। ਜੋ ਡੇਟਾਂ ਕੈਂਸਲ ਹੋ ਜਾਂਦੀਆਂ ਨੇ ਤਾਂ ਉਹ ਦੁਬਾਰਾ ਨਵੀਂ ਡੇਟ ਕੋਰਟ ਦਿੰਦੀ ਆ, ਪਰ ਕਈ ਕੋਰਟਾਂ 'ਚ ਖਾਸ ਕਰਕੇ ਜਿਵੇਂ ਨਿਊਯਾਰਕ ਦੀ ਕੋਰਟ ਆ ਬਹੁਤ ਟਾਈਮ ਲਾਉਂਦੀਆਂ ਦੇਣ ਲਈ। ਤੁਸੀਂ ਰਿਕੁਐਸਟ ਕਰ ਸਕਦੇ ਹੋ ਮੋਸ਼ਨ ਟੂ ਐਡਵਾਂਸ ਪਾ ਕੇ, ਪਰ ਉਹ ਕੋਈ ਪੱਕੀ ਗਰੰਟੀ ਨਹੀਂ ਕਿ ਕਦੋਂ ਡੇਟ ਆਏਗੀ। ਅਗਲਾ ਸਵਾਲ ਹੈ ਜੀ ਕਿ ਇਹ ਸਾਨੂੰ ਦੱਸੋ ਕਿ ਜੇ ਕੋਈ ਬੰਦਾ ਇੱਥੋਂ ਡਿਪੋਰਟ ਹੋ ਕੇ USA ਤੋਂ 1 ਸਾਲ ਬਾਅਦ ਵਾਪਸ ਆਉਣਾ ਚਾਹੇ ਆ ਸਕਦਾ? ਇਹਦੇ ਬਾਰੇ ਮੈਂ ਜਵਾਬ ਦੇ ਚੁੱਕਾ ਜੀ। ਤੁਸੀਂ ਡਿਪੋਰਟ ਹੋ ਕੇ ਜੇ ਵਾਪਸ ਜਾਂਦੇ ਆ, ਤੁਹਾਡੇ 'ਤੇ 5 ਸਾਲ ਜਾਂ 10 ਸਾਲ ਦਾ ਜਿਹੜੀ ਬਾਰ ਲੱਗੇਗੀ। ਜੇ ਵਾਪਸ ਆਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਸਰਕਾਰ ਉਹੀ ਰੀਇਨਸਟੇਟ ਕਰਕੇ ਤੁਹਾਨੂੰ ਦੁਬਾਰਾ ਜਿਹੜੀ ਆ ਉਹ ਡੈਪੂਟੇਸ਼ਨ ਲਾ ਸਕਦੀ ਹੈ। ਅਗਲਾ ਸਵਾਲ ਹੈ ਜੀ ਕਿ ਮੈਂ ਕੈਲੀਫੋਰਨੀਆ ਉਹ ਕਹਿੰਦੇ ਹੈਗਾ ਅਤੇ ਮੈਂ ਹੁਣ ਨਿਊਯਾਰਕ ਮੂਵ ਹੋਣਾ ਅਤੇ ਗਰੰਟਰ ਮੇਰਾ ਕੈਲੀਫੋਰਨੀਆ 'ਚ ਹੈ, ਕੋਈ ਦਿੱਕਤ ਨਹੀਂ। ਤੁਹਾਨੂੰ ਕੇਸ ਮੂਵ ਕਰਾਉਣਾ ਪੈਣਾ ਜੀ ਆਪਣਾ ਮੋਸ਼ਨ ਟੂ ਚੇਂਜ ਵੈਨਿਊ ਕਰਕੇ। ਜੇ ਕੇਸ ਤੁਸੀਂ ਮੂਵ ਕਰਾ ਲੈਂਦੇ ਹੋ ਨਿਊਯਾਰਕ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਤੁਹਾਨੂੰ ਆਈਸ ਕੋਡ ਵੀ ਅਤੇ ਜਿਹੜੀ ਇਮੀਗ੍ਰੇਸ਼ਨ ਕੋਰਟ ਆ ਦੋਨਾਂ ਕੋਲੋਂ ਆਪਣਾ ਕੇਸ ਜਿਹੜਾ ਉਹ ਮੂਵ ਕਰਾਉਣਾ ਪਏਗਾ। ਅਗਲਾ ਸਵਾਲ ਹੈ ਜੀ ਕਿ ਕੀ ਬਿਨਾਂ ਗਰੰਟਰ ਤੋਂ ਬੰਦੇ ਬਾਹਰ ਆ ਰਹੇ ਨੇ ਕੈਂਪ 'ਚੋਂ? ਇਹ ਕੋਈ ਜ਼ਰੂਰੀ ਨਹੀਂ ਜੀ, ਕਿਉਂਕਿ ਆਮ ਤੌਰ ਤਾਂ ਜਦੋਂ ਬੰਦਾ ਕੈਂਪ 'ਚੋਂ ਆਉਂਦਾ ਅਤੇ ਉਹਦਾ ਬੌਂਡ ਹੁੰਦਾ ਜਾਂ ਉਹਨੂੰ ਆਈਸ ਛੱਡਦੀ ਆ, ਉਹ ਗਰੰਟਰ ਦੀ ਇਨਫੋਰਮੇਸ਼ਨ ਲੈਂਦੇ ਨੇ। ਕਈ ਵਾਰ ਤਾਂ ਗਰੰਟਰ ਤੋਂ ਪੇਪਰ ਵੀ ਮੰਗਦੇ ਆ, ਉਹਦੇ ਟੈਕਸ ਦੇ ਪੇਪਰ, ਸਿਟੀਜ਼ਨ ਦਾ ਪ੍ਰੂਫ, ਆਈਡੀਆਂ, ਅਤੇ ਉਹ ਗਰੰਟਰ ਦੀ ਇਨਫੋਰਮੇਸ਼ਨ ਜ਼ਰੂਰੀ ਚਾਹੀਦੀ ਆ। ਪਰ ਬਿਨਾਂ ਗਰੰਟਰ ਤੋਂ ਨਹੀਂ ਕੋਈ ਬੰਦਾ ਇੱਦਾਂ ਬਾਹਰ ਆਉਂਦਾ, ਲੇਕਿਨ ਜਿੱਥੇ ਛੋਟੇ ਬੱਚੇ ਹੁੰਦੇ ਆ ਜਾਂ ਫੈਮਲੀਜ਼ ਆਉਂਦੀਆਂ ਉਹਨਾਂ ਨੂੰ ਜ਼ਰੂਰ ਉਹ ਛੱਡਦੇ ਆ, ਪਰ ਫਿਰ ਵੀ ਉੱਥੇ ਵੀ ਉਹਨਾਂ ਕੋਲੋਂ ਵੀ ਪੁੱਛਦੇ ਵੀ ਤੇਰਾ ਗਰੰਟਰ ਕੌਣ ਆ, ਤੂੰ ਕਿਹਦੇ ਕੋਲ ਜਾਣਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਅਤੇ ਮੇਰੀ ਵਾਈਫ ਦਾ F2A ਕੈਟੇਗਰੀ ਦੇ ਅੰਦਰ ਨਵੰਬਰ 20 ਦੇ ਵਿੱਚ ਕੇਸ ਅਪਲਾਈ ਕੀਤਾ ਸੀ ਅਤੇ ਅਜੇ ਤੱਕ ਸਾਨੂੰ ਕੋਈ ਉਹਦੀ ਜਿਹੜੀ ਆ ਉਹ ਇੰਟਰਵਿਊ ਵਗੈਰਾ ਨਹੀਂ ਆਈ, ਅਤੇ ਮੇਰੀ ਵਾਈਫ ਦਾ B1 B2 ਵੀਜ਼ਾ ਲੱਗਿਆ ਸੀ, ਉਹ ਵੈਲਿਡ ਹੈ ਕਿ ਨਹੀਂ? B1 B2 ਵੀਜ਼ਾ ਇਟਸੈਲਫ ਕੈਂਸਲ ਨਹੀਂ ਹੁੰਦਾ, ਮਤਲਬ ਜੇ I-130 ਪਟੀਸ਼ਨ ਕਰਦੇ ਹੋ ਮਤਲਬ ਇਹ ਨਹੀਂ ਵੀ ਉਹ ਕੈਂਸਲ ਹੋ ਜਾਏਗਾ। ਜੇ ਉਹ ਤੁਹਾਨੂੰ ਲੱਗਿਆ 10 ਸਾਲ ਦਾ ਅਤੇ ਵਿਦਿਨ ਟਾਈਮ ਵਾਪਸ ਚਲੇ ਗਏ ਸੀ ਤਾਂ ਅਜੇ ਵੀ ਵੈਲਿਡ ਹੀ ਹੋਏਗਾ। ਤੁਸੀਂ ਜੇ ਇਸ ਗੱਲ ਦਾ ਪਤਾ ਕਰਨਾ ਤਾਂ US ਐਮਬੈਸੀ ਤੋਂ ਪਤਾ ਕਰ ਸਕਦੇ ਹੋ ਜਿਹੜੀ ਇੰਡੀਆ ਦੇ ਵਿੱਚ ਹੈਗੀ ਹੈ, ਪਰ ਆਮ ਤੌਰ 'ਤੇ ਵੀ ਜੇ I-130 ਪਟੀਸ਼ਨ ਕਰਤੀ ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਵੀਜ਼ਾ ਜਿਹੜਾ ਉਹ ਕੈਂਸਲ ਹੋ ਜਾਏਗਾ। ਅਗਲਾ ਸਵਾਲ ਹੈ ਜੀ ਕਿ ਜਿਹੜੇ ਇੰਟਰਕਾਸਟ ਮੈਰਿਜ ਕਰਦੇ ਨੇ ਉਹ ਅਸਾਈਲਮ ਅਪਲਾਈ ਕਰ ਸਕਦੇ ਆ? ਅਸਾਈਲਮ ਦਾ ਗਰਾਊਂਡ ਹੈਗਾ? ਨਹੀਂ, ਇਹ ਗਰਾਊਂਡ ਨਹੀਂ ਜੀ। ਜਿਹੜੇ 5 ਅਸਾਈਲਮ ਦੇ ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਨਹੀਂ ਆਉਂਦਾ, ਅਤੇ ਉਹ ਇਸ ਕਿਸਮ ਦੇ ਕੇਸ ਲੋਕ ਕਾਫੀ ਲਾਉਂਦੇ ਆ, ਪਰ ਜਿਹੜੇ ਮੇਨ ਅਸਾਈਲਮ ਦੇ ਗਰਾਊਂਡ ਆ ਉਹਨਾਂ ਵਿੱਚ ਇਹ ਗਰਾਊਂਡ ਨਹੀਂ ਆ। ਅਤੇ ਜੇ ਕੇਸ ਸਿਰਫ ਇਸੇ ਗਰਾਊਂਡ 'ਤੇ ਆ ਤਾਂ ਨੈਕਸਸ ਦੀ ਪ੍ਰੋਬਲਮ ਆ ਸਕਦੀ ਹੈ, ਕੇਸ ਡਿਨਾਈ ਹੋ ਸਕਦਾ ਕਿ ਤੁਹਾਡਾ ਅਸਾਈਲਮ ਦੇ ਜਿਹੜੇ ਗਰਾਊਂਡ ਉਹਨਾਂ ਵਿੱਚ ਕੇਸ ਨਹੀਂ ਆਉਂਦਾ। ਅਗਲਾ ਸਵਾਲ ਹੈ ਜੀ ਕਿ 5 ਲੱਖ ਬੰਦਾ ਮੈਕਸੀਕੋ ਬਾਰਡਰ ਟੱਪ ਗਿਆ ਹੋਣਾ
ਤੇ ਇਹਨਾਂ ਨੂੰ ਜਿਹੜਾ ਹੈਗਾ ਇਹ ਡਿਪੋਰਟ ਕਰ ਰਹੇ ਆ ਕਿ ਨਹੀਂ ਇੱਦਾਂ ਡਿਪੋਰਟ ਨਹੀਂ ਜੀ ਕਿਸੇ ਨੂੰ ਕਰਦੇ। ਤੇ ਇਹ ਤਾਂ ਤੁਹਾਡਾ ਐਸਟੀਮੇਟ ਆ, ਮੈਨੂੰ ਤਾਂ ਨਹੀਂ ਲੱਗਦਾ ਜੀ 5 ਲੱਖ ਬੰਦਾ ਇੱਥੇ ਆਇਆ ਟੱਪ ਕੇ, ਲੇਕਿਨ ਆਏ ਜ਼ਰੂਰ ਨੇ, ਹਜ਼ਾਰਾਂ ਦੀ ਗਿਣਤੀ 'ਚ ਹੋਣਗੇ। ਤੇ ਉਹਨਾਂ ਦੇ ਜਿਹੜੇ ਹੈਗੇ ਆ ਜੇ ਉਹਨਾਂ ਨੂੰ ਉੱਥੇ ਖਤਰਾ ਆਪਣੀ ਕੰਟਰੀ 'ਚ, ਉਹ ਕਹਿੰਦੇ ਨੇ ਕਿ ਸਾਨੂੰ ਖਤਰਾ, ਅਸੀਂ ਸੈਲਮ ਲਾਉਣਾ, ਸੈਲਮ ਅਪਲਾਈ ਕਰਨਾ, ਉਹਨਾਂ ਨੂੰ ਸਰਕਾਰ ਮੌਕਾ ਦਿੰਦੀ ਆ ਇੱਥੇ ਆਪਣਾ ਕੇਸ ਲੜਨ ਦਾ। ਤੇ ਇੱਦਾਂ ਡਿਪੋਰਟ ਨਹੀਂ ਕਰਦੇ। ਜੇ ਉਹਨਾਂ ਦਾ ਕੇਸ ਫੇਲ ਹੋ ਜਾਵੇ ਜਾਂ ਬਿਆਨ ਫੇਲ ਹੋ ਜਾਣ, ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਡਿਪੋਰਟੇਸ਼ਨ ਦਾ ਜਿਹੜਾ ਪ੍ਰੋਸੈਸ ਸ਼ੁਰੂ ਹੁੰਦਾ। ਉਹਦੇ ਵਿੱਚ ਵੀ 2 ਗੱਲਾਂ ਨੇ, ਜੇ ਕ੍ਰੈਡੀਬਲ ਫੇਅਰ ਹੀਅਰਿੰਗ ਦੇ ਬਿਆਨ ਫੇਲ ਹੋਏ ਆ, ਉਹਦੀ ਕੋਈ ਅਪੀਲ ਨਹੀਂ ਹੁੰਦੀ, ਇੱਕ ਡੇਟ ਇਮੀਗ੍ਰੇਸ਼ਨ ਜੱਜ ਕੋਲ ਆਉਂਦੀ ਆ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ। ਤੇ ਜਿਨ੍ਹਾਂ ਦਾ ਅਸੈਲਮ ਦਾ ਕੇਸ ਲੱਗਿਆ, ਫੇਲ ਹੋ ਗਿਆ, ਪਰ ਪਹਿਲਾਂ ਬਿਆਨ ਪਾਸ ਹੋ ਗਏ ਸੀ ਕ੍ਰੈਡੀਬਲ ਦੇ, ਫਿਰ ਅਸੈਲਮ ਲਾਇਆ, ਫੇਲ ਹੋ ਗਿਆ, ਉਹ ਅਪੀਲਾਂ ਕਰ ਸਕਦੇ ਇੱਕ ਬੋਰਡ ਆਫ ਇਮੀਗ੍ਰੇਸ਼ਨ ਅਪੀਲ, ਫਿਰ ਸਰਕਟ ਕੋਰਟ 'ਚ। ਜਿੰਨੀ ਦੇਰ ਉਹਨਾਂ ਅਪੀਲਾਂ ਦੇ ਫੈਸਲੇ ਨਹੀਂ ਹੁੰਦੇ, ਉਹਨੂੰ ਇੱਦਾਂ ਡਿਪੋਰਟ ਨਹੀਂ ਕੀਤਾ ਜਾਂਦਾ। ਤੇ ਅੱਜ ਦਾ ਜਿਹੜਾ ਆਖਰੀ ਸਵਾਲ ਹੈ ਜੀ, ਤੇ ਉਹ ਇਹ ਹੈਗਾ ਕਿ ਮੈਂ USA ਮੈਕਸੀਕੋ ਰਾਹੀਂ ਆਉਣਾ ਚਾਹੁੰਦਾ, ਤੇ ਤੁਸੀਂ ਦੱਸੋ ਵੀ ਇਹ ਕੀ ਪ੍ਰੋਸੈਸ ਹੈਗਾ। ਦੇਖੋ, ਜਿਹੜੇ ਮੈਂ ਪਹਿਲੀ ਗੱਲ ਤਾਂ ਕਈ ਵਾਰੀ ਕਹਿ ਚੁੱਕਾ ਵੀ ਇਸ ਤਰੀਕੇ 'ਚ ਆਉਣਾ ਗਲਤ ਹੈ, ਗੈਰ ਕਾਨੂੰਨੀ ਆ, ਤੇ ਮੈਂ ਜਿਹੜਾ ਮੈਕਸੀਕੋ ਰਾਹੀਂ ਇੱਥੇ ਆਉਂਦੇ ਉਹਨਾਂ ਦੀ ਇਸ ਆਉਣ ਦੇ ਤਰੀਕੇ ਦੀ ਸਪੋਰਟ ਨਹੀਂ ਕਰਦਾ, ਕਿਉਂਕਿ ਜਿੱਥੇ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ, ਕਿਉਂਕਿ ਰਸਤਾ ਬਹੁਤ ਰਿਸਕੀ, ਜਿਹੜੇ ਬੰਦੇ ਲੈ ਕੇ ਆਉਂਦੇ ਨੇ ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ, ਉੱਥੇ ਇਹ ਵੀ ਕੋਈ ਗਰੰਟੀ ਨਹੀਂ ਕਿ ਤੁਹਾਨੂੰ ਇੱਥੇ ਐਂਟਰੀ ਮਿਲੂਗੀ ਜਾਂ ਤੁਹਾਨੂੰ ਤੁਹਾਡੇ ਬਿਆਨ ਪਾਸ ਹੋਣਗੇ। ਸੋ ਇਸ ਕਰਕੇ ਇਹ ਤਰੀਕਾ ਗਲਤ ਹੈ, ਇਹਦੇ ਰਾਹੀਂ ਨਹੀਂ ਆਉਣਾ ਚਾਹੀਦਾ। ਪਰ ਤੁਹਾਡਾ ਸਵਾਲ ਹੈ ਵੀ ਜੇ ਕੋਈ ਆ ਰਿਹਾ ਜਾਂ ਆਉਣਾ ਚਾਹੁੰਦਾ ਉਹ ਕੀ ਕਰੇ। ਉਹਦਾ ਪ੍ਰੋਸੀਜਰ ਇਹ ਹੈ, ਜੇ ਇੱਥੇ ਬੰਦਾ ਆ ਜਾਂਦਾ, ਉਹਨੂੰ ਇਹ ਇਮੀਗ੍ਰੇਸ਼ਨ ਵਾਲੇ ਜਿਹੜੇ ਆ ਜਾਂ ਕੈਂਪ 'ਚ ਲੈ ਜਾਂਦੇ ਆ, ਜਾਂ ਉਹਨੂੰ ਜਿਹੜੀ ਪੋਸਟ ਹੈਗੀ ਆ ਉਹਦੇ ਉੱਤੇ ਹੀ ਜਿਹੜੀ ਪ੍ਰੋਸੈਸਿੰਗ ਕਰਕੇ ਰਿਲੀਜ਼ ਕਰਦੇ ਆ। ਤੇ ਜੇ ਉਹ ਇਹਨੂੰ ਮਤਲਬ ਕੈਂਪ 'ਚ ਲੈ ਜਾਣ ਤਾਂ ਕੈਂਪ ਸ਼ਿਫਟ ਵੀ ਕਰ ਸਕਦੇ ਆ, ਲੂਜ਼ੀਆਨਾ ਭੇਜ ਸਕਦੇ ਆ, ਮਿਸੀਸਿਪੀ ਭੇਜ ਸਕਦੇ ਆ, ਟੈਕਸਸ ਭੇਜ ਸਕਦੇ ਆ। ਉੱਥੇ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਦੇ ਅੱਗੇ ਹੀਅਰਿੰਗ ਹੁੰਦੀ ਆ, ਉਹ ਬਾਉਂਡ ਕਰਦਾ। ਕਈ ਵਾਰੀ ਆਈਸ ਵਾਲੇ ਵੀ ਕਰਦੇ ਆ, ਜਿਹੜੇ ਆਈਸ ਵਾਲੇ ਕਰਦੇ ਆ ਉਹ ਥੋੜ੍ਹੇ ਪੈਸੇ ਲੱਗਦੇ, ਜਿਵੇਂ 3000 4000, ਲੇਕਿਨ ਜਿਹੜਾ ਇਮੀਗ੍ਰੇਸ਼ਨ ਜੱਜ ਬਾਉਂਡ ਕਰਦਾ ਉਹਨੂੰ $15 ਤੋਂ $20 ਦਾ ਜਿਹੜਾ ਹੁੰਦਾ ਬਾਉਂਡ ਪੈਂਦਾ। ਪਰ ਕਈਆਂ ਦਾ ਬਾਉਂਡ ਹੁੰਦਾ ਵੀ ਨਹੀਂ ਤੇ ਨਾ ਵੀ ਹੋ ਜਾਂਦੀ ਆ। ਸੋ ਇਸ ਤਰ੍ਹਾਂ ਇਹ ਪ੍ਰੋਸੀਜਰ ਆ। ਉਸ ਤੋਂ ਬਾਅਦ ਬਾਹਰ ਆ ਕੇ ਤੁਸੀਂ ਆਪਣਾ ਸੈਲਮ ਦਾ ਕੇਸ ਜਿਹੜਾ ਉਹ ਫਾਈਟ ਕਰ ਸਕਦੇ ਹੋ। ਸੋ ਇਹ ਸੀ ਜੀ ਤੁਹਾਡੇ ਤੋਂ ਸਵਾਲਾਂ ਦੇ ਜਵਾਬ, ਤੇ ਆਸ ਹੈ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।